ਜਸ ਪੰਜਾਬੀ ਦੇਖਦੇ ਹੋਏ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡਾ ਸਵਾਗਤ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ। ਮੈਂ ਤੁਹਾਡੀ ਹੋਸਟ ਆਸ਼ਮਿਤਾ। ਉਮੀਦ ਹੈ ਕਿ ਤੁਹਾਡਾ ਵੀਕਐਂਡ ਵਧੀਆ ਰਿਹਾ ਹੋਏਗਾ। ਅੱਜ ਅਸੀਂ ਤੁਹਾਡੇ ਨਾਲ ਜੁੜ ਰਹੇ ਹਾਂ। ਇਸ ਹਫਤੇ ਦਾ ਸਟਾਰਟ ਇੱਕ ਇਹੋ ਜਿਹੇ ਤਰੀਕੇ ਦੇ ਨਾਲ ਕਰ ਰਹੇ ਹਾਂ ਜੋ ਸਾਨੂੰ ਟੂ ਆਫਟਨ ਕਰਨਾ ਪੈਂਦਾ ਹੈ। ਉਮੀਦ ਤਾਂ ਇਹ ਹੁੰਦੀ ਹੈ, ख्वाहिश ਤਾਂ ਇਹ ਹੁੰਦੀ ਹੈ ਕਿ ਕਦੀ ਵੀ ਇਹੋ ਜਿਹਾ ਪ੍ਰੋਗਰਾਮ ਨਾ ਪੇਸ਼ ਕਰਨਾ ਪਏ। ਬਟ ਯੂਨਾਈਟਿਡ ਸਟੇਟਸ ਦੇ ਵਿੱਚ, ਇਸ ਮੁਲਕ ਦੇ ਵਿੱਚ ਦੋ ਇਹੋ ਜਿਹੇ ਇਸ਼ੂਜ਼ ਹਨ ਜਿਨ੍ਹਾਂ ਨੂੰ ਤੁਸੀਂ ਇੱਕ ਕਿਸਮ ਦੀ ਬਿਮਾਰੀ, ਇੱਕ ਕਿਸਮ ਦਾ ਕੈਂਸਰ ਕਹਿ ਸਕਦੇ ਹੋ। ਇਸ ਮੁਲਕ 'ਤੇ ਹੈਗਾ ਧੱਬਾ। ਇੱਕ ਪਾਸੇ ਮੈਸ ਸ਼ੂਟਿੰਗਸ, ਇੱਦਾਂ ਲੱਗਦਾ ਹਰ ਦੂਜੇ ਦਿਨ ਕਿਸੇ ਨਾ ਕਿਸੇ ਮੈਸ ਸ਼ੂਟਿੰਗ ਬਾਰੇ ਖਬਰ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ, ਅਤੇ ਦੂਜੇ ਪਾਸੇ ਪੁਲਿਸ ਬਰੂਟੈਲਿਟੀ, ਖਾਸ ਕਰਕੇ ਐਫਰੀਕਨ ਅਮਰੀਕਨ ਕਮਿਊਨਿਟੀ ਦੇ ਖਿਲਾਫ ਪੁਲਿਸ ਬਰੂਟੈਲਿਟੀ, ਜਿਹਦੇ ਕਰਕੇ ਨੌਜਵਾਨਾਂ ਦੀ ਜਾਨਾਂ ਜਾਂਦੀਆਂ। ਇਹੋ ਜਿਹੀ ਸਟੋਰੀਜ਼ ਟੂ ਆਫਟਨ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ, ਅਤੇ ਅੱਜ ਵੀ ਇੱਕ ਇਹੋ ਜਿਹੀ ਸਟੋਰੀ ਲੈ ਕੇ ਹਾਜ਼ਰ ਹੋਏ ਹਾਂ। ਇਸ ਮੁਲਕ ਨੂੰ ਪਤਾ ਹੈ ਕਿ ਕੀ ਇਹਦਾ ਇਤਿਹਾਸ ਹੈਗਾ ਐਫਰੀਕਨ ਅਮਰੀਕਨ ਕਮਿਊਨਿਟੀ ਦੇ ਨਾਲ, ਬਟ ਫਿਰ ਵੀ ਉਸ ਹਿਸਟਰੀ ਦੇ ਬਾਵਜੂਦ, ਭਾਵੇਂ ਉਹ ਸਲੇਵਰੀ ਹੋਏ ਜਾਂ ਸੈਗਰੀਗੇਸ਼ਨ ਹੋਏ ਜਾਂ ਸਿਵਲ ਰਾਈਟਸ ਮੂਵਮੈਂਟ ਹੋਏ ਜਾਂ ਮੋਰ ਰੀਸੈਂਟਲੀ ਸੁਸਾਇਟੀ ਕਿਸ ਤਰ੍ਹਾਂ ਐਫਰੀਕਨ ਅਮਰੀਕਨ ਕਮਿਊਨਿਟੀ ਨੂੰ ਟਰੀਟ ਕਰਦੀ ਇਸ ਮੁਲਕ ਦੇ ਵਿੱਚ, ਉਹਦੀ ਕਨਵਰਸੇਸ਼ਨ ਹੋਏ, ਭਾਵੇਂ ਉਹ ਪੁਲਿਸ ਬਰੂਟੈਲਿਟੀ ਹੈਗੀ, ਅਨਆਰਮਡ ਡੈਥਸ ਜੋ ਕਿ ਯੰਗ ਐਫਰੀਕਨ ਅਮਰੀਕਨ ਇੰਡੀਵਿਜੂਅਲਸ ਦੀ ਪੁਲਿਸ ਦੇ ਹੱਥਾਂ ਹੁੰਦੀਆਂ, ਉਹਦੀ ਗੱਲ, ਜਾਂ ਹੋਰ ਵੱਖ ਇਹੋ ਜਿਹੀ ਚੀਜ਼ਾਂ ਜੋ ਅਨਫੋਰਚੂਨੇਟਲੀ ਅੱਗੇ ਆਉਂਦੀਆਂ, ਵੱਡੇ ਲੈਵਲ 'ਤੇ ਨਿਊਜ਼ ਦੇ ਵਿੱਚ ਡਿਸਕਸ ਹੁੰਦੀਆਂ, ਕਮਿਊਨਿਟੀਜ਼ ਦੇ ਵਿੱਚ ਸਦਮਾ ਅਤੇ ਗਰੀਫ ਲੈ ਕੇ ਆਉਂਦੀਆਂ। ਇਸ ਵੀਕਐਂਡ ਟਾਇਰੀ ਨਿਕਲਸ ਦੀ ਸਟੋਰੀ ਬਹੁਤ ਵੱਡੇ ਲੈਵਲ 'ਤੇ ਬ੍ਰੇਕ ਹੋਈ। ਟਾਇਰੀ ਨਿਕਲਸ ਇੱਕ 29 ਸਾਲਾਂ ਦਾ ਐਫਰੀਕਨ ਅਮਰੀਕਨ ਨੌਜਵਾਨ, ਮੈਂਫਿਸ ਟੈਨੇਸੀ ਦੇ ਵਿੱਚ, ਜਿਹਨੂੰ ਪੁਲਿਸ ਨੇ ਰੋਕਿਆ ਰੈਕਲੈਸ ਡਰਾਈਵਿੰਗ ਲਈ, ਬੇਸਿਕਲੀ ਟ੍ਰੈਫਿਕ ਸਟਾਪ ਲਈ। ਇਸ ਸਟਾਪ ਦੇ ਵਿੱਚ ਕੀ ਕੁਝ ਹੋਇਆ, ਪੁਲਿਸ ਦੀ ਬਾਡੀ ਕੈਮ ਫੁਟੇਜ ਸਾਨੂੰ ਦੱਸਦੀ ਹੈ ਕਿ ਕਿਸ ਤਰ੍ਹਾਂ 5 ਪੁਲਿਸ ਆਫਿਸਰਸ ਨੇ ਇਸ ਇੱਕ ਨੌਜਵਾਨ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਕਿ ਉਹਦੀ 3 ਦਿਨਾਂ ਬਾਅਦ ਹਸਪੀਟਲ ਦੇ ਵਿੱਚ ਜਾਨ ਗਈ। He died. He was beaten to death. ਟਾਇਰੀ ਨਿਕਲਸ ਜਦੋਂ ਉਹਨੂੰ ਕੁੱਟ ਰਹੇ ਸੀ, ਆਪ ਦੀ ਮਾਂ ਲਈ ਮਿੰਨਤਾਂ ਕਰ ਰਿਹਾ ਸੀ, ਮਾਂ ਮੈਨੂੰ ਬਚਾ ਲੈ। ਕੁਛ ਦੂਰ ਹੀ ਉਹਦੀ ਮਾਂ ਦਾ ਘਰ ਸੀਗਾ, ਜਿੱਥੇ ਉਹ ਦੌੜ ਕੇ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਸੀ, ਉੱਥੋਂ ਜਿੱਥੇ ਇਹਨੂੰ ਰੋਕਿਆ ਗਿਆ। ਪੁਲਿਸ ਆਫਿਸਰਸ ਨੇ ਇਹਨੂੰ ਫੜ ਕੇ ਇੰਨੀ ਬੇਸਬਰੀ, ਬੇਰਹਿਮੀ ਦੇ ਨਾਲ ਕੁੱਟਿਆ ਕਿ ਬੰਦਾ ਸੋਚਦਾ ਹੈ ਕਿ ਜਿੰਨੇ ਕੋਈ ਗੁਨਾਹ ਕੀਤਾ ਹੁੰਦਾ ਹੈ ਉਹਨੂੰ ਵੀ ਇੰਨੀ ਬੁਰੀ ਤਰ੍ਹਾਂ ਨਹੀਂ ਕੁੱਟਦੇ। ਇਸ ਨੌਜਵਾਨ ਨੇ ਤਾਂ ਕੋਈ ਗੁਨਾਹ ਵੀ ਨਹੀਂ ਕੀਤਾ ਸੀ। 5 ਪੁਲਿਸ ਆਫਿਸਰਸ ਵਿੱਚੋਂ 3 ਪੁਲਿਸ ਆਫਿਸਰਸ ਨੇ ਆਪਦੀ ਬਾਡੀ ਕੈਮ ਨੂੰ ਆਫ ਕੀਤਾ ਪਹਿਲੇ, ਫਿਰ ਜਾ ਕੇ ਕੁੱਟਿਆ। 2 ਆਫਿਸਰਾਂ ਨੇ ਨਹੀਂ ਆਫ ਕੀਤਾ। ਉਹਨਾਂ ਦੀ ਫੁਟੇਜ ਰਿਲੀਜ਼ ਹੋਈ ਇਸ ਵੀਕਐਂਡ, ਅਤੇ ਇਹ ਦੱਸਿਆ ਗਿਆ ਅਥਾਰਟੀਜ਼ ਵੱਲੋਂ, ਕਮਿਊਨਿਟੀ ਐਕਟਿਵਿਸਟ ਵੱਲੋਂ, ਆਰਗੇਨਾਈਜ਼ਰਸ ਵੱਲੋਂ, ਕਿ ਜਦੋਂ ਇਹ ਫੁਟੇਜ ਰਿਲੀਜ਼ ਹੋਏਗੀ ਵਾਈਡ ਸਪਰੈਡ ਪ੍ਰੋਟੈਸਟ ਜ਼ਰੂਰ ਵੇਖਣ ਨੂੰ ਮਿਲਣਗੀਆਂ, ਜਿਸ ਤਰ੍ਹਾਂ ਜਾਰਜ ਫਲੋਇਡ ਜਾਂ ਐਰਿਕ ਗਾਰਨਰ, ਜਾਂ ਕਿੰਨੀ ਲੰਬੀ ਲਿਸਟ ਹੈਗੀ, ਸੈਂਡਰਾ ਬਲੈਂਡ, ਇਹੋ ਜਿਹੇ ਨੌਜਵਾਨਾਂ ਦੀ ਜਦੋਂ ਸਿਮਿਲਰ ਤਰੀਕੇ ਦੇ ਨਾਲ ਜਾਨ ਗਈ ਸੀ, ਪ੍ਰੋਟੈਸਟ ਕਿੰਨੇ ਵੱਡੇ ਲੈਵਲ 'ਤੇ ਪਾਈ ਗਈਆਂ ਸੀ। ਅਤੇ ਇਸ ਵੀਕਐਂਡ ਪ੍ਰੋਟੈਸਟ ਤਾਂ ਜ਼ਰੂਰ ਹੋਈਆਂ, ਬਟ ਪੀਸਫੁਲ ਪ੍ਰੋਟੈਸਟ ਸੀਗੀਆਂ, ਬਿਕੋਜ਼ ਕਮਿਊਨਿਟੀ ਚਾਹੁੰਦੀ ਹੈ ਕਿ ਟਾਇਰੀ ਨਿਕਲਸ, ਜੋ ਕਿ ਇੱਕ ਕ੍ਰੀਏਟਿਵ ਇੰਡੀਵਿਜੂਅਲ ਸੀਗਾ, ਜਿਹਦਾ 4 ਸਾਲ ਦਾ ਮੁੰਡਾ ਸੀਗਾ, ਜਿਹਨੂੰ ਫੋਟੋਗ੍ਰਾਫੀ ਚੰਗੀ ਲੱਗਦੀ ਸੀ, ਜਿਹਦਾ ਇੱਕ ਫਿਊਚਰ ਸੀਗਾ, ਉਹਦੀ ਯਾਦ ਦੇ ਵਿੱਚ ਪੀਸਫੁਲ ਪ੍ਰੋਟੈਸਟ ਹੋਣ। ਬਟ ਭਾਵੇਂ ਜਿੰਨੀ ਮਰਜ਼ੀ
ਪੀਸਫੁਲ ਉਹ ਪ੍ਰੋਟੈਸਟਸ ਹੋਣ, ਇਹ ਚੀਜ਼ ਨਹੀਂ ਬਦਲਦੀ ਕਿ ਹਲੇ ਵੀ ਇਸ ਮੁਲਕ ਦੀ ਇੱਕ ਪੁਲਿਸ ਬਰੂਟੈਲਿਟੀ ਪ੍ਰੋਬਲਮ ਹੈਗੀ, ਸਪੈਸ਼ਲੀ ਕੰਸੀਡਰਿੰਗ ਦ ਫੈਕਟ that ਉਹ 5 ਪੁਲਿਸ ਆਫਿਸਰ ਆਪ ਅਫਰੀਕਨ ਅਮਰੀਕਨ ਸੀਗੇ। ਇਹਦੇ ਵਿੱਚ ਰੇਸ ਦਾ ਜ਼ਰੂਰ ਇੱਕ ਇਸ਼ੂ ਹੈਗਾ, ਬਟ ਪੁਲਿਸ ਕਲਚਰ ਦਾ ਵੀ ਇਸ਼ੂ ਉੱਠਦਾ ਹੈ। ਇਨਫੈਕਟ ਤੁਸੀਂ ਸਕਰੀਨ ਤੇ ਵੇਖ ਸਕਦੇ ਹੋ ਕਿ ਯੂਨਾਈਟਿਡ ਸਟੇਟਸ ਦੀ ਪੁਲਿਸ ਦੁਨੀਆ ਦੇ ਬਾਕੀ ਅਮੀਰ ਮੁਲਕਾਂ ਦੇ ਵਿੱਚੋਂ ਕਿੰਨੀ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਆਪ ਦੇ ਸਿਵਿਲੀਅਨਸ ਨੂੰ, ਅਨਆਰਮਡ ਇਨੋਸੈਂਟ ਸਿਵਿਲੀਅਨਸ ਨੂੰ ਕਿਸ ਤਰ੍ਹਾਂ ਮਾਰਦੀ ਹੈ। No jury, no judge, just executioner. And ਖਾਸ ਕਰਕੇ ਜਦੋਂ ਅਫਰੀਕਨ ਅਮਰੀਕਨ ਕਮਿਊਨਿਟੀ ਦੀ ਗੱਲ ਆਉਂਦੀ ਹੈ, African American men are so much more likely to be killed by the police. ਇਹਦਾ ਵੀ ਸਟੈਟਿਸਟਿਕ ਤੁਸੀਂ ਸਕਰੀਨ ਤੇ ਵੇਖ ਸਕਦੇ ਹੋ ਕਿੰਨਾ ਫਰਕ ਹੈਗਾ ਕਿ ਅਫਰੀਕਨ ਅਮਰੀਕਨ ਮੈਨ, ਉਹਨਾਂ ਦੀ ਜਾਨਾਂ ਕਿੰਨੀ ਵੱਡੀ ਗਿਣਤੀ ਦੇ ਵਿੱਚ ਜਾਂਦੀਆਂ ਪੁਲਿਸ ਦੇ ਹੱਥੋਂ। In fact, ਕੁਝ statistics ਸਾਨੂੰ ਦੱਸਦੇ ਕਿ ਇੱਕ black American is 2.5 times more likely than a white person to be killed by the police. ਖਾਸ ਕਰ ਇੱਕ ਸਿੰਪਲ ਸਿਚੁਏਸ਼ਨ ਦੇ ਵਿੱਚ, ਭਾਵੇਂ ਉਹ ਟ੍ਰੈਫਿਕ ਸਟਾਪ ਹੋਏ, ਭਾਵੇਂ ਉਹ ਰੈਂਡਮ ਸੜਕ ਤੇ ਰੋਕ ਕੇ ਸਰਚਿੰਗ ਕੁਐਸਚਨਿੰਗ ਇਹੋ ਜਿਹੀ ਕੋਈ ਇੰਸਟੈਂਸ ਹੋਏ। ਇਨਫੈਕਟ ਜਾਰਜ ਫਲੋਇਡ ਦੀ ਜੋ ਇਤਿਹਾਸਿਕ ਪ੍ਰੋਟੈਸਟ ਅਤੇ ਉਹ ਹਾਦਸਾ ਹੋਇਆ ਸੀ, ਉਹ ਤੋਂ ਬਾਅਦ ਐਟਲੀਸਟ 1000 ਲੋਕੀ ਪੁਲਿਸ ਦੇ ਹੱਥੋਂ ਬਿਨਾਂ ਕਿਸੇ ਕਾਰਨ ਦੇ ਮਾਰੇ ਗਏ। ਤੁਸੀਂ ਸਕਰੀਨ ਤੇ ਵੇਖ ਸਕਦੇ ਹੋ that this is a nationwide problem. ਕੋਈ ਇੱਕ ਹਿੱਸਾ ਨਹੀਂ ਹੈਗਾ ਮੁਲਕ ਦਾ ਜਿਹਦੇ ਵਿੱਚ ਜ਼ਿਆਦਾ ਹੁੰਦੀ ਹੈ, ਘੱਟ ਹੁੰਦੀ ਹੈ, ਪੂਰੇ ਮੁਲਕ ਦੇ ਵਿੱਚ ਇਹ ਹੋ ਰਹੀ ਹੈ। ਐਂਡ ਸਿੰਸ ਜਾਰਜ ਫਲੋਇਡ ਕੋਈ ਵੀ ਇਹਦੇ ਵਿੱਚ ਇੰਪਰੂਵਮੈਂਟ ਨਹੀਂ ਆਈ। ਇੰਪਰੂਵਮੈਂਟ ਜੋ ਪੁਲਿਸ ਆਫਿਸਰਸ ਜ਼ਿੰਮੇਵਾਰ ਹੁੰਦੇ ਆ ਉਹਨਾਂ ਉੱਤੇ ਵੀ ਕੋਈ ਕਾਰਵਾਈ, ਕੋਈ ਕੌਨਸੀਕੁਐਂਸਿਸ ਨਹੀਂ ਆਈ। ਇਨਫੈਕਟ ਇਸ ਸਟੋਰੀ, ਥਾਇਰੀ ਨਿਕਲਸ ਦੀ ਸਟੋਰੀ ਦੇ ਵਿੱਚ ਇੱਕ ਚੀਜ਼ ਬਹੁਤ ਹੀ ਅਨੋਖੀ ਹੈਗੀ ਕਿ ਇਹ 5 ਪੁਲਿਸ ਆਫਿਸਰ ਨੂੰ ਨਾ ਕਿ ਸਿਰਫ ਆਲਰੇਡੀ ਫਾਇਰ ਕਰ ਦਿੱਤਾ ਗਿਆ, ਬਟ ਉਹਨਾਂ ਦੇ ਖਿਲਾਫ ਚਾਰਜਸ ਵੀ ਅੱਗੇ ਆ ਰਹੇ ਹਨ। ਇੱਕ 6ਵੇਂ ਪੁਲਿਸ ਆਫਿਸਰ ਨੂੰ ਵੀ ਡਿਸਮਿਸ ਕੀਤਾ ਗਿਆ, ਅੱਜ ਦੀ ਇਹ ਖਬਰ ਹੈਗੀ। ਐਂਡ ਦਿਸ ਇਜ਼ ਵਨ ਆਫ ਦ ਫਿਊ ਕੇਸਿਸ ਜਿਹਦੇ ਵਿੱਚ ਇਹ ਪਾਇਆ ਜਾ ਰਿਹਾ ਕਿ ਉਹੀ ਪੁਲਿਸ ਆਫਿਸਰ ਜੋ ਅਤਿਆਚਾਰ ਕਰਦੇ ਆ, ਇਹੋ ਜਿਹੇ ਅਬਿਊਜ਼ਸ ਕਰਦੇ ਆ, ਲੋਕਾਂ ਦੀ ਜਾਨ ਲੈਂਦੇ ਆ ਬਿਨਾਂ ਕਾਰਨ, ਉਹਨਾਂ ਉੱਤੇ ਫਾਈਨਲੀ ਕੋਈ ਕਾਰਵਾਈ ਹੋ ਰਹੀ ਹੈ। ਇਟਸ ਰੇਅਰ, ਬਟ ਕਿੰਨੀ ਜਾਨਾਂ ਗਈਆਂ ਇੱਥੇ ਤੱਕ ਪਹੁੰਚਣ ਲਈ। ਖਾਸ ਕਰਕੇ ਜਦੋਂ ਅਸੀਂ ਇਹ ਸੋਚਦੇ ਹਾਂ ਕਿ ਪੁਲਿਸ ਦੇ ਬਾਰੇ ਇਸ ਮੁਲਕ ਦੇ ਵਿੱਚ ਇੱਕ ਬਹੁਤ ਰਿਸਪੈਕਟ ਹੈਗੀ, ਖਾਸ ਕਰਕੇ ਸਾਡੀ ਕਮਿਊਨਿਟੀ ਵਿੱਚ। ਅਸੀਂ ਵੇਖਦੇ ਹਾਂ ਇੱਥੇ ਦੀ ਪੁਲਿਸ ਦੇ ਵਿੱਚ ਸਾਡੇ ਵੀ ਨੌਜਵਾਨ ਭਗਤੀ ਹੁੰਦੇ ਆ ਕਿ ਕਿਸ ਤਰ੍ਹਾਂ ਉਹਨਾਂ ਨੂੰ ਅਸੀਂ ਇੱਕ ਵੱਡੇ ਅਹੁਦੇ 'ਤੇ ਮੰਨਦੇ ਹਾਂ, ਤੁਸੀਂ ਉਹਨਾਂ 'ਤੇ ਭਰੋਸਾ ਕਰਦੇ ਹੋ, ਉਹ ਰਖਵਾਲੀ ਕਰਦੇ ਆ ਸਾਡੀ ਕਮਿਊਨਿਟੀਜ਼ ਦੀ। ਪਰ ਜਦੋਂ ਉਹੀ ਜਿਨ੍ਹਾਂ ਦੇ ਉੱਤੇ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਰਖਵਾਲੀ ਕਰਨ ਦੀ, ਜਦੋਂ ਉਹੀ ਮੁੜ ਕੇ ਅਤਿਆਚਾਰ ਕਰਦੇ ਹੈ, what are we supposed to think? ਇਨ 5 ਪੁਲਿਸ ਆਫਿਸਰਾਂ ਨੇ 70 ਕਮਾਂਡਸ ਦਿੱਤੀਆਂ 13 ਮਿੰਟਾਂ ਦੇ ਵਿੱਚ ਥਾਇਰੀ ਨਿਕਲਸ ਨੂੰ। ਉਹ ਨੌਜਵਾਨ ਜਿਹਦੇ ਉੱਤੇ ਇੰਨੀ ਬੀਟਿੰਗਸ ਹੋ ਰਹੀਆਂ ਸੀ, ਉਹ ਕਿਸ ਕਮਾਂਡ ਨੂੰ ਮੰਨ ਕੇ ਕੀ ਕਰਦਾ? In any case, ਇਹ ਸਟੋਰੀ ਡਿਵੈਲਪਿੰਗ ਹੈਗੀ, ਕਿਸ ਤਰ੍ਹਾਂ ਪ੍ਰੋਟੈਸਟ ਅਤੇ ਲੀਗਲ ਐਕਸ਼ਨ ਅੱਗੇ ਵੱਧਦਾ ਹੈ ਉਨ ਪੁਲਿਸ ਆਫਿਸਰਾਂ ਦੇ ਖਿਲਾਫ। ਇਹਦੇ ਬਾਰੇ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ। ਬਟ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਂ ਇੱਕ ਹੋਰ ਨਾਇਨਸਾਫ ਦੀ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੀ ਹਾਂ। ਅਸੀਂ ਸ਼ੁਰੂਆਤ ਜ਼ਰੂਰ ਕੀਤੀ ਕਿ ਜਦੋਂ ਪੁਲਿਸ ਵੱਲੋਂ ਜਿਨ੍ਹਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਸੁਸਾਇਟੀ ਨੂੰ ਪ੍ਰੋਟੈਕਟ ਕਰਨਾ, ਪ੍ਰੋਟੈਕਟ ਐਂਡ ਸਰਵ, ਜਦੋਂ ਉਹ ਇਸ ਜ਼ਿੰਮੇਵਾਰੀ ਤੋਂ ਪਿੱਛੇ ਹਟਦੇ, ਕਿਹੋ ਜਿਹੀ ਚੀਜ਼ਾਂ ਵੇਖਣ ਨੂੰ ਮਿਲਦੀਆਂ। ਸਿਮਿਲਰਲੀ ਜਦੋਂ ਇੱਕ ਕਮਿਊਨਿਟੀ ਆਪਣੇ ਉੱਤੇ ਹੀ ਅਤਿਆਚਾਰ ਕਰਦੀ ਹੈ, ਨਾਇਨਸਾਫ ਕਰਦੀ ਹੈ, ਕਮਿਊਨਿਟੀ ਇੱਕ ਦੂਜੇ ਕਮਿਊਨਿਟੀ ਮੈਂਬਰ ਉੱਤੇ ਇੱਕ ਅਬਿਊਸਿਵ ਪਾਵਰ ਕਰਦੀ ਹੈ, ਅਤੇ ਕਿਹੋ ਜਿਹੀ ਸਮੱਸਿਆਵਾਂ ਵੇਖਣ ਨੂੰ ਮਿਲਦੀਆਂ, ਅੱਜ ਉਹਦੀ ਗੱਲ ਕਰਾਂਗੇ। ਖਾਸ ਕਰਕੇ ਇੱਕ ਇਮੀਗ੍ਰੈਂਟ ਕਮਿਊਨਿਟੀ ਨਿਊਯਾਰਕ ਸਿਟੀ ਦੇ ਵਿੱਚ ਕਿਸ ਤਰ੍ਹਾਂ ਉਹਦੇ ਵਿੱਚ ਇੱਕ ਅਬਿਊਜ਼ ਪਾਇਆ ਜਾ ਰਿਹਾ ਹੈ। ਇਹਦੇ ਬਾਰੇ ਮੈਂ ਤੁਹਾਡੇ ਨਾਲ ਇੱਕ ਸਟੋਰੀ ਸ਼ੇਅਰ ਕਰਨਾ ਚਾਹੁੰਦੀ ਹਾਂ। ਸਾਡੇ ਇੱਥੇ ਨਿਊਯਾਰਕ ਸਿਟੀ ਦੇ ਰਿਚਮੰਡ ਹਿੱਲ ਏਰੀਆ ਵਿੱਚੋਂ ਇਹ ਸਟੋਰੀ ਆਉਂਦੀ ਹੈ। ਐਂਡ ਰਿਚਮੰਡ ਹਿੱਲ, ਜਿਸ ਤਰ੍ਹਾਂ ਤੁਹਾਨੂੰ ਪਤਾ ਹੈ, ਮੰਨਿਆ ਜਾਂਦਾ ਪੰਜਾਬੀਆਂ ਦਾ ਗੜ੍ਹ।
ਉੱਥੇ ਹੋਰ ਵੀ ਕਮਿਊਨਿਟੀਜ਼ ਰਹਿੰਦੀਆਂ ਉਹਨਾਂ ਦੇ ਨਾਲ ਕੀ ਕੁਝ ਹੋ ਰਿਹਾ ਹੈ ਇਹਦੇ ਬਾਰੇ ਜਾਣਕਾਰੀ ਸ਼ੇਅਰ ਕਰਨਗੇ ਸਾਡੇ ਨਾਲ ਗੈਸਟ ਕਮਿਊਨਿਟੀ ਆਰਗੇਨਾਈਜ਼ਰ ਪਹੁੰਚਣ ਸਟੂਡੀਓ ਦੇ ਵਿੱਚ ਉਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ ਤੁਸੀਂ ਵੀ ਇਸ ਤਰ੍ਹਾਂ ਜੁੜੇ ਰਹੋ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਕਨਵਰਸੇਸ਼ਨ ਜਾਰੀ ਰਹੇਗੀ ਬ੍ਰੇਕ ਤੋਂ ਬਾਅਦ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਜਿਸ ਤਰ੍ਹਾਂ ਤੁਹਾਨੂੰ ਦੱਸ ਰਹੀ ਸੀ ਕਿ ਅਤਿਆਚਾਰ ਭਾਵੇਂ ਉਹ ਕਿਸੇ ਇਹੋ ਜਿਹੇ ਤੋਂ ਹੋਏ ਜਿਹਦੇ ਕੋਲ ਪਾਵਰ ਹੈਗੀ ਭਾਵੇਂ ਉਹ ਪੁਲਿਸ ਹੋਏ ਲਾਅ ਇਨਫੋਰਸਮੈਂਟ ਇਲੈਕਟਿਡ ਅਫੀਸ਼ੀਅਲਸ ਉਹਨਾਂ ਉੱਤੇ ਜਿਨ੍ਹਾਂ ਦੇ ਕੋਲ ਪਾਵਰ ਨਹੀਂ ਹੈਗੀ ਜਦੋਂ ਇਹੋ ਜਿਹਾ ਅਤਿਆਚਾਰ ਹੁੰਦਾ ਸਾਨੂੰ ਕਿਸ ਤਰ੍ਹਾਂ ਰਿਐਕਟ ਕਰਨਾ ਚਾਹੀਦਾ ਕੀ ਰਿਸੋਰਸਿਸ ਸਾਡੇ ਕੋਲ ਹੁੰਦੇ ਆ ਖਾਸ ਕਰਕੇ ਜਦੋਂ ਇਹੋ ਜਿਹਾ ਅਤਿਆਚਾਰ ਇੱਕ ਕਮਿਊਨਿਟੀ ਦੇ ਵੱਲੋਂ ਆਪਣੀ ਹੀ ਕਮਿਊਨਿਟੀ ਉੱਤੇ ਹੋਏ ਸਾਡੀ ਕਮਿਊਨਿਟੀ ਵਿੱਚ ਇਹ ਬਹੁਤ ਵੇਖਣ ਨੂੰ ਮਿਲਦਾ ਹੈ ਹੋਰ ਵੀ ਇਮੀਗ੍ਰੈਂਟ ਕਮਿਊਨਿਟੀਜ਼ ਦੇ ਵਿੱਚ ਖਾਸ ਕਰਕੇ ਜਦੋਂ ਅਸੀਂ ਡਾਈਵਰਸ ਏਰੀਆਜ਼ ਦੀ ਗੱਲ ਕਰਦੇ ਹਾਂ ਜਿਸ ਤਰ੍ਹਾਂ ਨਿਊਯਾਰਕ ਸਿਟੀ ਦੀ ਗੱਲ ਕਰਦੇ ਹਾਂ ਵੱਖ-ਵੱਖ ਇੱਥੇ ਇਮੀਗ੍ਰੈਂਟ ਕਮਿਊਨਿਟੀਜ਼ ਵਸਦੀਆਂ ਐਂਡ ਅਨਫੋਰਚੂਨੇਟਲੀ ਉਹਨਾਂ ਦੇ ਵਿੱਚ ਇਨ ਛੋਟੀ-ਛੋਟੀ ਕਮਿਊਨਿਟੀਜ਼ ਦੇ ਵਿੱਚ ਡਿਸਕ੍ਰਿਮੀਨੇਸ਼ਨ ਅਬਿਊਸ ਆਫ ਪਾਵਰ ਦੇ ਵੱਖ-ਵੱਖ ਇੰਸਟੈਂਸਿਸ ਵੇਖਣ ਨੂੰ ਮਿਲਦੇ ਇਨਫੈਕਟ ਅੱਜ ਇੱਕ ਇਹੋ ਜਿਹੀ ਸਟੋਰੀ ਲੈ ਕੇ ਸਾਡੇ ਨਾਲ ਸਟੂਡੀਓ 'ਚ ਪਹੁੰਚੇ ਹਨ ਕਮਿਊਨਿਟੀ ਆਰਗੇਨਾਈਜ਼ਰ ਫਰਮ Richmond Hill, Simran Thind. ਸਭ ਤੋਂ ਪਹਿਲੇ Simran, welcome to the program. Welcome to the studio. ਸਤਿ ਸ਼੍ਰੀ ਅਕਾਲ. ਸਤਿ ਸ਼੍ਰੀ ਅਕਾਲ. ਧੰਨਵਾਦ. So good to have you, Simran. ਤੁਸੀਂ ਡਰਮ ਸੰਸਥਾ ਦੇ ਨਾਲ ਕੰਮ ਕਰਦੇ ਹੋ Desis Rising Up and Moving. Richmond Hill ਦੇ ਵਿੱਚ ਖਾਸ ਕਰਕੇ ਤੁਸੀਂ ਤੁਹਾਡੀ ਟੀਮ ਬਹੁਤ ਐਕਟਿਵ ਹੈਗੀ. You know, ਕੁਝ ਸਮੇਂ ਪਹਿਲੇ ਤੁਸੀਂ ਸਾਡੇ ਨਾਲ ਜੁੜੇ ਸੀ to talk about some really local issues ਜੋ ਕਿ ਨਾ ਕਿ ਸਿਰਫ ਪੰਜਾਬੀਆਂ ਨੂੰ ਇਸ ਗੜ੍ਹ ਦੇ ਵਿੱਚ ਜਿਸ ਤਰ੍ਹਾਂ ਅਸੀਂ ਮੰਨਦੇ ਹਾਂ ਰਿਚਮੰਡ ਹਿੱਲ ਨਿਊਯਾਰਕ ਸਿਟੀ ਦਾ ਇੱਕ ਗੜ੍ਹ ਹੈ ਪੰਜਾਬੀਆਂ ਨੂੰ ਕਿੰਨੇ ਇਸ਼ੂਜ਼ ਵੇਖਣੇ ਪੈਂਦੇ ਆ ਬਟ ਸਮ ਆਫ ਦੀ ਅਦਰ ਕਮਿਊਨਿਟੀਜ਼ ਜਿਨ੍ਹਾਂ ਦੇ ਨਾਲ ਤੁਸੀਂ ਕੰਮ ਕਰਦੇ ਹੋ ਭਾਵੇਂ ਉਹ ਕੈਰੇਬੀਅਨ ਹੋਣ ਗਾਇਨੀਜ਼ ਬੰਗਲਾਦੇਸ਼ੀ ਇਹੋ ਜਿਹੀ ਮਾਈਨੋਰਿਟੀ ਕਮਿਊਨਿਟੀਜ਼ ਬਹੁਤ ਇਸ਼ੂਜ਼ ਫੇਸ ਕਰਦੀਆਂ ਸੋ ਅੱਜ ਤੁਸੀਂ ਇੱਕ ਇਹੋ ਜਿਹੀ ਸਟੋਰੀ ਲੈ ਕੇ ਸਾਡੇ ਨਾਲ ਪੇਸ਼ ਹੋਏ ਹੋ ਬਟ ਭਾਵੇਂ ਅਸੀਂ ਗੱਲ ਇੱਕ ਪਰਿਵਾਰ ਦੀ ਕਰਨ ਜਾ ਰਹੇ ਹਾਂ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਇਹ ਜੋ ਸਟੋਰੀ ਹੈਗੀ ਇਹ ਕਿਸੇ ਨਾਲ ਵੀ ਹੋ ਸਕਦੀ ਕਿਸੇ ਵੀ ਪਰਿਵਾਰ ਦੇ ਨਾਲ ਜੋ ਕਿ ਇੱਕ ਮਾਈਨੋਰਿਟੀ ਕਮਿਊਨਿਟੀ ਹੈਗਾ ਹੋ ਸਕਦੀ ਹੈ ਬਟ ਅੱਜ ਅਸੀਂ ਇਸ ਪਰਿਵਾਰ ਦੀ ਕਹਾਣੀ ਸੁਣਦੇ ਹਾਂ ਸਿਮਰਨ ਵਾਟਸ ਹੈਪਨਿੰਗ ਇਨ ਰਿਚਮੰਡ ਹਿੱਲ ਹਾਂਜੀ ਸੋ ਅਸੀਂ ਇੱਕ ਕੇਸ ਹੈਗਾ ਜਿਹੜੀ ਸਾਡੀ ਮੈਂਬਰਸ਼ਿਪ ਤੋਂ ਹੈਗੀ ਆ ਇੱਕ ਸਾਡੀ ਮੈਂਬਰ ਹੈਗੀ ਉਹਦਾ ਨਾਮ ਹੈਗਾ ਨਹਾਰ ਅਕਬਰ ਉਹਦਾ ਪਰਿਵਾਰ ਇੱਕ ਉਹਦੀ ਬੇਟੀ ਤੇ ਗ੍ਰੈਂਡ ਡਾਟਰ ਤੇ ਸਨ ਇਨ ਲਾ ਹੈਗਾ ਉਹਨਾਂ ਦੇ ਨਾਲ ਔਰ ਸਾਰੇ ਇਕੱਠੇ ਰਹਿੰਦੇ ਆ ਉਹ ਇਸ ਘਰ ਦੇ ਵਿੱਚ ਆਏ ਸੀ ਅਕਤੂਬਰ ਪਿਛਲੇ ਸਾਲ ਤੇ ਉਸ ਤੋਂ ਬਾਅਦ ਸਾਰਾ ਠੀਕ ਸੀਗਾ 2-3 ਮਹੀਨਿਆਂ ਦੇ ਲਈ ਤੇ ਫਿਰ ਦਸੰਬਰ ਦੇ ਵਿੱਚ ਉਹਨਾਂ ਦੀ ਹੀਟ ਚਲੀ ਗਈ ਜਨਵਰੀ ਦੇ ਵਿੱਚ ਜਦੋਂ ਉਹ ਹਫਤਾ ਸੀ ਨਿਊਯਾਰਕ ਸਿਟੀ ਦੇ ਵਿੱਚ ਬਹੁਤ ਹੀ ਠੰਡ ਸੀ ਤੇ ਫਿਰ ਵੀ ਨਹੀਂ ਉਹਨਾਂ ਦਾ ਹੀਟ ਚੱਲਿਆ ਉਸ ਤੋਂ ਬਾਅਦ 2 ਹਫ਼ਤੇ ਪਹਿਲਾਂ ਉਹਨਾਂ ਦੀ ਬਿਜਲੀ ਚਲੀ ਗਈ ਉਹਨਾਂ ਦੀ ਗਰਮ ਪਾਣੀ ਵੀ ਨਹੀਂ ਸੀਗੀ ਵਾਓ ਇਹ ਜੋ ਪਰਿਵਾਰ ਹੈਗਾ ਨਿਹਾਰ ਅਕਬਰ ਦਾ ਪਰਿਵਾਰ ਇਹ ਕਿਰਾਏ ਤੇ ਰਹਿੰਦੇ ਆ ਹਾਂਜੀ ਕਿਰਾਏ ਤੇ ਰਹਿੰਦੇ ਆ ਘਰ ਦੇ ਵਿੱਚ ਪ੍ਰਾਈਵੇਟ ਹੋਮ ਦੇ ਵਿੱਚ ਸੋ ਜੋ ਲੈਂਡਲੋਰਡ ਹੈਗਾ ਜਿਨ੍ਹਾਂ ਨੇ ਇਹਨਾਂ ਨੂੰ ਕਿਰਾਏ ਤੇ ਰੱਖਿਆ ਹੈ ਹਾਂਜੀ ਉਹਦੇ ਕੋਲ ਗਏ ਉਹਨਾਂ ਦੇ ਨਾਲ ਗੱਲ ਕੀਤੀ ਇਹਨਾਂ ਨੇ ਇਸ ਪਰਿਵਾਰ ਨਿਹਾਰ ਦੇ ਪਰਿਵਾਰ ਨੇ ਜਾ ਕੇ ਲੈਂਡਲੋਰਡ ਦੇ ਨਾਲ ਇਹ ਸਾਰੀ ਮੁਸੀਬਤਾਂ ਸਾਂਝੀਆਂ ਕੀਤੀਆਂ ਕਿ ਤੁਹਾਡੇ ਮਕਾਨ ਦੇ ਵਿੱਚ ਸਾਨੂੰ ਨਾ ਬਿਜਲੀ ਨਾ ਗਰਮ ਪਾਣੀ ਨਾ ਹੀਟ ਸਰਦੀਆਂ ਦੇ ਮਹੀਨੇ ਚੱਲਦੇ ਪਏ ਕੁਛ ਨਹੀਂ ਮਿਲ ਰਿਹਾ ਵਾਟ ਹੈਪਨ ਦੈਨ ਉਹਨਾਂ ਨੇ ਪਹਿਲਾਂ ਇਹ ਦੱਸਿਆ ਸੀ ਕਿ ਸਾਨੂੰ ਹੀਟ ਨਹੀਂ ਮਿਲਦੀ ਉਦੋਂ ਉਹਨਾਂ ਨੇ ਇਹ ਕਿਹਾ ਕਿ ਕਿਉਂਕਿ ਉਹ ਉੱਪਰ ਵਾਲੇ ਥਾਂ 'ਚ ਰਹਿੰਦੇ ਆ ਜੋ ਲੈਂਡਲੋਰਡ ਹਾਂਜੀ ਉਹ ਉਹਨਾਂ ਦੀ ਪਰਿਵਾਰ ਦੂਜੀ ਫਲੋਰ ਤੇ ਰਹਿੰਦੀ ਆ ਤੇ ਨਹਾਰ ਦੇ ਪਰਿਵਾਰ ਪਹਿਲੇ ਫਲੋਰ ਤੇ ਰਹਿੰਦੇ ਆ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਹੀਟ ਦੇ ਨਾਲ ਤੇ ਫਿਰ ਉਸ ਤੋਂ ਬਾਅਦ ਜਦੋਂ ਇਲੈਕਟ੍ਰਿਸਿਟੀ ਦੀ ਪ੍ਰੋਬਲਮ ਹੈ ਬਿਜਲੀ ਦੀ ਪ੍ਰੋਬਲਮ ਸੀਗੀ ਗਰਮ ਪਾਣੀ ਦੀ ਪ੍ਰੋਬਲਮ ਸੀਗੀ ਉਹਨਾਂ ਨੇ ਇਹ ਵੀ ਪੁੱਛਿਆ ਕਿ ਹੁਣ ਕੀ ਹੋ ਰਿਹਾ ਇਹ ਹੋਰ ਵੀ ਪ੍ਰੋਬਲਮ ਵੱਧ ਰਿਹਾ ਉਹਨਾਂ ਨੇ ਕਿਹਾ ਕਿ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਅਸੀਂ ਨਹੀਂ ਥੱਲੇ ਜਾਣਾ ਕੋਈ ਕੁਛ ਚੈੱਕ ਨਹੀਂ ਕਰਨਾ ਤੇ ਫਿਰ ਉਸ ਤੋਂ ਬਾਅਦ ਉਹ ਦੁਬਾਰਾ ਫੋਨ ਕਰਨ ਲੱਗ ਪਏ ਜਿਹੜੇ ਕਿਰਾਏਦਾਰ ਹੈਗੇ ਆ ਤੇ ਉਹਨਾਂ ਨੇ ਫੋਨ ਨਹੀਂ ਚੱਕਿਆ ਉਹਨਾਂ ਨੇ ਦਰਵਾਜ਼ੇ ਤੇ ਵੀ ਨੌਕ ਕੀਤਾ ਉਹਨਾਂ ਨੇ ਦਰਵਾਜ਼ਾ ਵੀ ਨਹੀਂ ਖੋਲ੍ਹਿਆ ਅਸੀਂ ਵੀ ਕੋਸ਼ਿਸ਼ ਕੀਤੀ ਕਿ ਅਸੀਂ ਵੀ ਇਨਵੋਲਵ ਹੋ ਕੇ ਹਾਂਜੀ ਮਾਲਕ ਦੇ ਨਾਲ ਕੁਛ ਗੱਲ ਕਰੀਏ ਮਾਲਕ ਨੇ ਸਾਡਾ ਫੋਨ ਵੀ ਨਹੀਂ ਚੁੱਕਿਆ ਅਸੀਂ ਉਹਨਾਂ ਨੇ ਪਹਿਲਾਂ 911 ਨੂੰ ਕਾਲ ਕੀਤਾ ਪੁਲਿਸ ਆਏ ਸੀ ਪੁਲਿਸ ਆ ਕੇ
ਮਾਲਕ ਦੇ ਨਾਲ ਗੱਲ ਕੀਤੀ। ਉਹਨਾਂ ਨੇ ਕਿਹਾ ਕਿ ਹਾਂ ਸਾਨੂੰ ਲੱਗਦਾ ਕਿ ਸਾਰਾ ਕੁਝ ਠੀਕ ਠਾਕ ਆ, ਜੇ ਕੋਈ ਹੋਰ ਪ੍ਰੋਬਲਮ ਹੈਗੀ ਆ ਤੁਸੀਂ 311 ਨੂੰ ਕਾਲ ਕਰਿਓ। ਉਹਨਾਂ ਨੇ 7-8 ਵਾਰੀ 311 ਨੂੰ ਕਾਲ ਕੀਤੀ। ਉਸ ਤੋਂ ਬਾਅਦ ਮੈਨੂੰ ਲੱਗਦਾ 1 ਜਾਂ 2 ਹਫ਼ਤੇ ਬਾਅਦ 311 ਆਈ ਸੀ ਉਹਨਾਂ ਦੇ ਘਰੇ, ਤੇ ਪਹਿਲਾਂ ਇੱਕ ਨੋਟਿਸ ਦਿੱਤੀ ਸੀ ਗਰਮ ਪਾਣੀ ਦੀ, ਇੱਕ ਵਾਇਲੇਸ਼ਨ, ਤੇ ਫਿਰ 2 ਦਿਨ ਬਾਅਦ ਉਹਨਾਂ ਨੇ ਇਲੈਕਟ੍ਰਿਸਿਟੀ ਦੀ ਨੋਟਿਸ ਦਿੱਤੀ, ਬਿਜਲੀ ਦੀ ਨੋਟਿਸ। ਸੋ ਵਨਸ ਅਗੇਨ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦੀ ਹਾਂ ਜਿਨ੍ਹਾਂ ਨੂੰ ਨਹੀਂ ਪਤਾ, ਇਸ ਮੁਲਕ ਦੇ ਵਿੱਚ ਜਿੱਥੇ 911 ਐਮਰਜੈਂਸੀਜ਼ ਲਈ ਇੱਕ ਨੰਬਰ ਤੁਸੀਂ ਡਾਇਲ ਕਰ ਸਕਦੇ ਹੋ। ਅਗਰ ਕੋਈ ਨੌਨ ਐਮਰਜੈਂਸੀ ਇਸ਼ੂ ਤੁਹਾਡੇ ਰਹਿਣ ਸਹਿਣ ਤੁਹਾਡੇ ਏਰੀਆ ਦੇ ਵਿੱਚ, ਤੁਹਾਡੇ ਸੜਕਾਂ 'ਤੇ, ਤੁਹਾਡੇ ਜਿਸ ਤਰ੍ਹਾਂ ਟੈਨੈਂਟਸ ਦੀ ਡਿਸਪਿਊਟ, ਕੁਝ ਇਹੋ ਜਿਹਾ ਕੋਈ ਮਸਲਾ ਹੋਏ, ਤੁਸੀਂ 311 ਕਾਲ ਕਰ ਸਕਦੇ ਹੋ। ਬਟ 311 ਕਾਲ ਕਰਨ ਦੇ ਬਾਵਜੂਦ ਵੀ ਉਹਨਾਂ ਨੂੰ ਕੋਈ ਹੈਲਪ ਨਹੀਂ ਮਿਲੀ। ਇਨਫੈਕਟ ਤੁਸੀਂ ਮੈਨੂੰ ਪਹਿਲੇ ਦੱਸ ਰਹੇ ਸੀ ਕਿ ਇਹ ਵੀ ਤੁਹਾਨੂੰ ਲੱਗਦਾ ਹੈ ਕਿ ਇਹ ਜਾਣਬੁੱਝ ਕੇ ਲੈਂਡਲੋਰਡ ਵੱਲੋਂ ਕੀਤਾ ਗਿਆ। ਦੇयर ਇਜ਼ ਅ ਫੋਨ ਰਿਕਾਰਡਿੰਗ, ਇੱਕ ਕਨਵਰਸੇਸ਼ਨ ਰਿਕਾਰਡ ਕੀਤੀ ਗਈ ਹੈ ਜਿਹਦੇ ਵਿੱਚ ਉਹ ਮੰਨਦੇ ਹੈ ਕਿ ਉਹਨਾਂ ਨੇ ਜਾਣਬੁੱਝ ਕੇ ਬਿਜਲੀ ਕੱਟੀ ਹੈ। ਇਹਦੇ ਬਾਰੇ ਸਾਨੂੰ ਦੱਸੋ। ਹਾਂਜੀ, ਉਹਨਾਂ ਨੇ ਇਹ ਫੋਨ ਕਾਲ ਦੇ ਵਿੱਚ ਉਹਨਾਂ ਨੇ ਇਹ ਦੱਸਿਆ ਕਿ ਸਾਡੀ ਮੌਰਗੇਜ ਹੈਗੀ ਆ, ਸਾਡੇ ਵੀ ਬਹੁਤ ਖਰਚੇ ਹੈਗੇ ਆ, ਤੇ ਇਸ ਕਰਕੇ ਅਸੀਂ ਤੁਹਾਡੀ ਬਿਜਲੀ ਕੱਟਤੀ, ਗਰਮ ਪਾਣੀ ਕੱਟਤੀ, ਤੇ ਹੀਟ ਵੀ ਕੱਟਤੀ। ਅਸਲ ਕਿ ਨਿਊਯਾਰਕ ਸਿਟੀ ਦੇ ਵਿੱਚ ਇੱਕ ਕਾਨੂੰਨ ਹੈਗਾ ਕਿ ਤੁਹਾਡੇ ਕਿਰਾਏਦਾਰਾਂ ਨੂੰ ਗਰਮ ਪਾਣੀ ਤੇ ਹੀਟ ਮਿਲਣੀ ਚਾਹੀਦੀ ਆ, ਇੱਕ ਜਿਵੇਂ ਕਹਿੰਦੇ ਆ ਹਿਊਮਨ ਰਾਈਟ ਹੈਗੀ ਆ ਆਫ ਕੋਰਸ ਸਾਰਿਆਂ ਦੀ। ਆਫ ਕੋਰਸ, ਬਟ ਜਿੱਥੇ ਕਾਨੂੰਨੀ ਸਾਈਡ ਦੀ ਗੱਲ ਆਉਂਦੀ ਹੈ, ਇਟ ਸੀਮਸ ਕਿ ਕਿੰਨੇ ਹੀ ਕਾਨੂੰਨ ਇਸ ਕੇਸ ਦੇ ਵਿੱਚ ਇਗਨੋਰ ਕੀਤਾ ਰਹੇ, ਜਾਣਬੁੱਝ ਕੇ ਵਾਇਲੇਟ ਕੀਤੇ ਜਾ ਰਹੇ, ਬਟ ਫਿਰ ਵੀ ਇਹ ਜੋ ਮਾਲਿਕ ਹੈ, ਇਹ ਜੋ ਲੈਂਡਲੋਰਡ ਹੈਗਾ, ਇਹ ਟਸ ਮਸ ਨਹੀਂ ਹੋ ਰਹੇ। ਇਹਨਾਂ ਨੇ ਇਨਫੈਕਟ ਆਪੋਜ਼ਿਟ ਐਕਸ਼ਨ ਲਿੱਤਾ। ਆਈ ਵਾਂਟ ਟੂ ਹੀਅਰ ਅਬਾਊਟ ਦਿਸ, ਕੀ ਲੇਟੈਸਟ ਅਪਡੇਟ ਹੈਗੀ ਇਸ ਕੇਸ ਦੇ ਵਿੱਚ, ਐਂਡ ਆਫ ਕੋਰਸ ਦ ਮੋਸਟ ਇੰਪੋਰਟੈਂਟ ਥਿੰਗ ਕਿ ਕਿਸ ਤਰ੍ਹਾਂ ਰਿਸੋਰਸਿਸ, ਸਪੋਰਟ, ਹੈਲਪ ਕੀਤੀ ਜਾ ਸਕਦੀ ਹੈ ਇਹੋ ਜਿਹੇ ਪਰਿਵਾਰਾਂ ਦੀ ਜਿਨ੍ਹਾਂ ਦੇ ਨਾਲ ਅਕਸਰ ਇਹੋ ਜਿਹਾ ਅਬਿਊਜ਼ ਹੁੰਦਾ ਹੈ। ਵਨਸ ਅਗੇਨ ਅਸੀਂ ਗੱਲ ਕਰ ਰਹੇ ਹਾਂ ਇੱਕ ਇਮੀਗ੍ਰੈਂਟ ਪਰਿਵਾਰ ਜੋ ਕਿ ਰਿਚਮੰਡ ਹਿੱਲ ਦੇ ਵਿੱਚ ਰਹਿੰਦਾ ਹੈ। ਉਹਨਾਂ ਦੇ ਨਾਲ ਜਿਸ ਕਿਰਾਏ ਦੇ ਮਕਾਨ ਦੇ ਵਿੱਚ ਉਹ ਰਹਿੰਦੇ ਹੈ, ਉਸ ਮਕਾਨ ਦਾ ਮਾਲਿਕ ਕਿਹੋ ਜਿਹਾ ਵਿਤਕਰਾ, ਕਿਹੋ ਜਿਹੀ ਮਲਿਸ਼ੀਅਸ ਪ੍ਰੈਕਟਿਸਿਸ ਕਰ ਰਹੇ ਹੈ, ਇਹਦੇ ਬਾਰੇ ਗੱਲ ਕਰ ਰਹੇ ਹਾਂ। ਅਗਰ ਤੁਹਾਡੇ ਨਾਲ ਵੀ ਇਹੋ ਜਿਹੀ ਕੋਈ ਸਮੱਸਿਆ ਹੋ ਰਹੀ ਹੈ ਦੈਨ ਜ਼ਰੂਰ ਸਾਡੇ ਨਾਲ ਜੁੜੇ ਰਹੋ। ਬ੍ਰੇਕ ਤੋਂ ਬਾਅਦ ਅਸੀਂ ਗੱਲ ਕਰਾਂਗੇ ਕਿਸ ਤਰ੍ਹਾਂ ਦੇ ਰਿਸੋਰਸਿਸ ਅਵੇਲੇਬਲ ਹਨ ਅਗਰ ਤੁਹਾਡੇ ਨਾਲ ਇਹੋ ਜਿਹੀ ਪ੍ਰੋਬਲਮ ਹੁੰਦੀ ਹੈ। ਮਿਲਦੇ ਹਾਂ ਬ੍ਰੇਕ ਤੋਂ ਉਸ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਾਰਿਆਂ ਨੂੰ ਸਵਾਗਤ ਕਰਦੇ ਹਾਂ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ। ਸਿਮਰਨ ਥਿੰਦ ਕਮਿਊਨਿਟੀ ਆਰਗੇਨਾਈਜ਼ਰ ਦੇਸੀਜ਼ ਰਾਈਜ਼ਿੰਗ ਅਪ ਐਂਡ ਮੂਵਿੰਗ ਸੰਸਥਾ ਦੇ ਨਾਲ ਸਾਡੇ ਨਾਲ ਅੱਜ ਹਾਜ਼ਰ ਹਨ। ਸਿਮਰਨ, ਤੁਸੀਂ ਬ੍ਰੇਕ ਤੋਂ ਪਹਿਲੇ ਸਾਨੂੰ ਦੱਸ ਰਹੇ ਸੀ ਇੱਕ ਇਹੋ ਜਿਹੇ ਪਰਿਵਾਰ ਬਾਰੇ ਜੋ ਇਮੀਗ੍ਰੈਂਟ ਹੈ, ਸਾਡੇ ਵਰਗੇ, ਰਿਚਮੰਡ ਹਿੱਲ ਨਿਊਯਾਰਕ ਦੇ ਵਿੱਚ ਰਹਿੰਦੇ ਆ, ਜਿੱਥੇ ਕਿੰਨੇ ਹੀ ਪੰਜਾਬੀ, ਕੈਰੇਬੀਅਨ, ਪਾਕਿਸਤਾਨੀ, ਬੰਗਲਾਦੇਸ਼ੀ ਵੱਖ-ਵੱਖ ਕਮਿਊਨਿਟੀਜ਼ ਇੱਕ ਦੂਜੇ ਨਾਲ ਰਲ ਕੇ ਉਹ ਜਗ੍ਹਾ ਨੂੰ ਇੱਕ ਬਹੁਤ ਡਾਈਵਰਸ ਕਮਿਊਨਿਟੀ ਬਣਾ ਕੇ ਰੱਖਦੀ ਹੈ। ਬਟ ਇਸ ਕਮਿਊਨਿਟੀ ਦੇ ਵਿੱਚ ਕਮਿਊਨਿਟੀ ਵੱਲੋਂ ਆਪ ਦੇ ਮੈਂਬਰਸ ਉੱਤੇ ਅਤਿਆਚਾਰ ਹੋ ਰਿਹਾ ਹੈ। ਇਹ ਅਸੀਂ ਇਹਨੂੰ ਇੱਕ ਲੈਂਡਲੋਰਡ ਅਬਿਊਜ਼ ਕਹਿ ਸਕਦੇ ਹਾਂ, ਜੋ ਕਿ ਵਨਰੇਬਲ, ਵੀਕ ਆਪ ਦੇ ਟੈਨੈਂਟਸ ਦਾ ਫਾਇਦਾ ਉਠਾਉਣ ਦੀ ਇੱਕ ਸਮੱਸਿਆ ਬਣ ਚੁੱਕੀ ਹੈ। ਸਿਮਰਨ, ਦਿਸ ਲੈਂਡਲੋਰਡ ਉਹਨਾਂ ਦਾ ਇਹ ਕਹਿਣਾ ਹੈ ਕਿ ਉਹ ਕਾਨੂੰਨ ਦੇ ਨਾਲ ਵਾਕਿਫ ਹਨ ਤੇ ਉਹ ਕੁਝ ਗੈਰ ਕਾਨੂੰਨੀ ਨਹੀਂ ਕਰ ਰਹੇ, ਈਵਨ ਦੋ ਉਹਨਾਂ ਦੇ ਜੋ ਟੈਨੈਂਟਸ ਹੈਗੇ ਉਹਨਾਂ ਨੂੰ ਉਹ ਬੇਸਿਕ ਗਰਮ ਪਾਣੀ, ਬਿਜਲੀ ਅਤੇ ਹੀਟ ਨਹੀਂ ਪ੍ਰੋਵਾਈਡ ਕਰ ਰਹੇ ਕਿੰਨੇ ਮਹੀਨਿਆਂ ਤੋਂ, which violates New York law. On top of that, ਉਹਨਾਂ ਨੇ ਕੁਝ ਅਨਯੂਜੂਅਲ ਡਿਮਾਂਡਸ ਕੀਤੀਆਂ ਜੋ ਕਿ ਇੱਕ ਕਾਨੂੰਨੀ ਤੌਰ ਤੇ ਸਾਨੂੰ ਪਤਾ ਹੈ ਦੇ ਆਰ ਅਨਯੂਜੂਅਲ, ਬਟ ਦੇਸੀ ਕਮਿਊਨਿਟੀ ਦੇ ਵਿੱਚ ਅਕਸਰ ਪਾਇਆ ਜਾਂਦਾ ਹੈ ਕਿ ਜਦੋਂ ਤੁਸੀਂ ਕਿਰਾਏ ਤੇ ਰਹਿੰਦੇ ਹੋ, ਨਾਲ ਲੀਸ ਹੁੰਦੀ ਹੈ, ਰੈਂਟ ਨੂੰ ਕੈਸ਼ ਦੇ ਵਿੱਚ ਮੰਗਿਆ ਜਾਂਦਾ ਹੈ। ਇਜ਼ ਦਿਸ ਦ ਸੇਮ ਕੇਸ ਵਿਦ ਨਿਹਾਰ ਅਕਬਰਸ ਪਰਿਵਾਰ? ਹਾਂਜੀ, ਇਹੀ ਹੁੰਦਾ ਆ। ਨਿਹਾਰ ਦੇ ਪਰਿਵਾਰ ਦੇ ਨਾਲ ਇਹੀ ਹੋਇਆ ਸੀ ਤੇ ਹੋਰ ਵੀ ਬਹੁਤ ਪਰਿਵਾਰਾਂ ਦੇ ਨਾਲ ਜੋ ਕਿ ਵਰਕਿੰਗ ਕਲਾਸ ਸਾਡੇ ਕਮਿਊਨਿਟੀਆਂ ਦੇ ਵਿੱਚ ਪੰਜਾਬੀ, ਪਾਕਿਸਤਾਨੀ, ਬੰਗਲਾਦੇਸ਼ੀ ਸਾਰਿਆਂ ਦੇ ਨਾਲ ਹੁੰਦਾ। ਉਹਨਾਂ ਨੂੰ ਲੱਗਦਾ ਕਿ ਹਾਂ ਜਿਹੜਾ ਮਕਾਨ ਮਾਲਕ ਹੈਗਾ ਉਹ ਸਾਡੇ ਕਮਿਊਨਿਟੀ ਦੇ ਨਾਲ ਹੈਗਾ, ਸਾਨੂੰ ਉਹਨਾਂ ਤੇ ਵਿਸ਼ਵਾਸ ਹੈਗਾ ਪੂਰਾ, ਤੇ ਸਾਨੂੰ ਕੋਈ ਇਹ ਫਿਕਰ ਨਹੀਂ ਹੈਗੀ ਕਿ ਸਾਨੂੰ ਕੋਈ ਲੀਸ ਮਿਲੀ ਜਾਂ ਕੋਈ ਜਿਵੇਂ ਲੀਗਲ ਡਾਕੂਮੈਂਟ ਮਿਲਣ। ਹਾਂ,
ਤੇ ਇਹਦੇ ਕਰਕੇ ਬਹੁਤ ਵਾਰੀ ਸਾਡੀ ਕਮਿਊਨਿਟੀ ਦੇ ਵਿੱਚ ਇਹੀ ਹੁੰਦਾ ਕਿ ਅਬਿਊਜ਼ ਇਹਦੇ ਕਰਕੇ ਅਬਿਊਜ਼ ਹੁੰਦਾ ਕਿਉਂਕਿ ਅਸੀਂ ਇਹ ਨਹੀਂ ਕਹਿੰਦੇ ਕਿ ਸਾਰੇ ਮਕਾਨ ਮਾਲਕ ਗਲਤ ਹਨ ਇਹੋ ਜਿਹੇ ਕੰਮ ਕਰਦੇ ਆ ਜੀ ਪਰ ਇਹ ਅਬਿਊਜ਼ ਸੌਖਾ ਹੋ ਜਾਂਦਾ ਲੋਕਾਂ ਦੇ ਲਈ ਕਿਉਂਕਿ ਕੋਈ ਲੀਗਲ ਪ੍ਰੂਫ ਨਹੀਂ ਹੈਗੀ ਲੋਕਾਂ ਦੇ ਕੁਝ ਵੀ ਰਿਟਨ ਨਹੀਂ ਹੈਗਾ ਹਾਂਜੀ ਐਂਡ ਇਹ ਜੋ ਕੈਸ਼ ਦਾ ਮਸਲਾ ਹੈ ਇਹਦੇ ਬਾਰੇ ਵੀ ਸਾਨੂੰ ਦੱਸੋ ਅਗਰ ਕੋਈ ਮਕਾਨ ਮਾਲਿਕ ਮਤਲਬ ਪੁਸ਼ ਕਰ ਰਿਹਾ ਹੈ ਧੱਕੇ ਨਾਲ ਕਹਿੰਦਾ ਕਿ ਮੈਨੂੰ ਰੈਂਟ ਸਿਰਫ ਤੇ ਸਿਰਫ ਕੈਸ਼ ਦੇ ਵਿੱਚ ਚਾਹੀਦਾ ਵਾਟ ਡਸ ਦੈਟ ਯੂਜੂਅਲੀ ਮੀਨ ਉਹਦਾ ਕੋਈ ਰੈਕੋਰਡ ਨਹੀਂ ਹੈਗਾ ਥਿੰਗਸ ਲਾਈਕ ਦੈਟ ਵਾਟ ਡਸ ਦੈਟ ਮੀਨ ਤਾਂ ਫਿਰ ਇਹਦਾ ਮਤਲਬ ਆ ਕਿ ਜੇ ਮਕਾਨ ਮਾਲਕ ਜੇ ਕਿਰਾਏਦਾਰ ਸਿਰਫ ਕੈਸ਼ ਦੇ ਵਿੱਚ ਪੈਸੇ ਦਿੰਦੇ ਆ ਤਾਂ ਫਿਰ ਮਕਾਨ ਮਾਲਕ ਇਹ ਕਹਿ ਸਕਦਾ ਕਿ ਇਹ ਕਿਰਾਏਦਾਰਾਂ ਨੇ ਕਦੇ ਨਹੀਂ ਮੈਨੂੰ ਕਿਰਾਇਆ ਦਿੱਤਾ ਕੋਰਟ ਦੇ ਵਿੱਚ ਇਹ ਕਹਿ ਸਕਦੇ is this the case with ਨਿਹਾਰ's ਪਰਿਵਾਰ ਕਿ ਉਹਨਾਂ ਨੇ ਆਪ ਦਾ ਰੈਂਟ ਕਿਰਾਏ ਉਹ ਦਿੰਦੇ ਆ ਰਹੇ ਹੈ ਅਕਤੂਬਰ ਤੋਂ ਹਾਂਜੀ ਐਂਡ ਕੀ ਇਹ ਮਕਾਨ ਮਾਲਕ ਹੁਣ ਕਹਿ ਰਿਹਾ ਕਿ ਇਹਨਾਂ ਨੇ ਰੈਂਟ ਨਹੀਂ ਦਿੱਤਾ ਹਲੇ ਤੱਕ ਉਹਨਾਂ ਨੇ ਮਕਾਨ ਮਾਲਕ ਨੇ ਇਹ ਨਹੀਂ ਕਿਹਾ ਕਹਿ ਸਕਦਾ ਆ ਉਹ ਇਸ ਕਲੇਮ ਕਰ ਸਕਦਾ ਕੋਰਟ ਦੇ ਵਿੱਚ ਪਰ ਸਾਡੇ ਕੋਲ ਬੈਂਕ ਦੇ ਸਟੇਟਮੈਂਟ ਹੈਗੇ ਆ ਉਹ ਪ੍ਰੂਫ ਹੈਗਾ ਸਾਡੇ ਪੂਰਾ ਪ੍ਰੂਫ ਨਹੀਂ ਹੈਗਾ ਕਿਉਂਕਿ ਕੈਸ਼ ਦੇ ਵਿੱਚ ਦਿੱਤਾ ਹੈ ਨਾ ਪਰ ਹੋਰ ਵੀ ਜਿਵੇਂ ਉਹਨਾਂ ਨੇ ਅਬਿਊਜ਼ ਕੀਤਾ ਹੋਰ ਵੀ ਕਾਨੂੰਨ ਉਹਨਾਂ ਨੇ ਤੋੜਿਆ ਤੇ so there's a big one right and we were talking about this ਹੁਣੇ ਅਸੀਂ ਗੱਲ ਕਰ ਰਹੇ ਸੀ ਇਸ ਮੁਲਕ ਦੇ ਵਿੱਚ ਆਫ ਕੋਰਸ ਸਾਰਿਆਂ ਨੂੰ ਪਤਾ ਹੈ ਕਿ ਇੱਕ ਤਾਂ ਹੁੰਦੀ ਹੈ ਨਾਰਮਲ ਕ੍ਰਿਮੀਨਲ ਜਾਂ ਸਿਵਲ ਵਾਇਲੇਸ਼ਨਸ ਇੱਕ ਹੁੰਦੀ ਹੈ ਫੈਡਰਲ ਫੈਲਨੀ ਜੋ ਕਿ ਵੱਡੇ ਲੈਵਲ ਤੇ ਨੈਸ਼ਨਲ ਲੈਵਲ ਤੇ ਗੈਰ ਕਾਨੂੰਨੀ ਚੀਜ਼ ਹੁੰਦੀ ਹੈ there is a very big penalty ਅਗਰ ਤੁਸੀਂ ਕਿਸੇ ਦੀ ਮੇਲ ਦੇ ਨਾਲ ਇੰਟਰਫੇਅਰ ਕਰਦੇ ਹੋ ਇਟਸ ਕਾਲਡ ਮੇਲ ਫਰਾਡ ਅਗਰ ਤੁਸੀਂ ਕਿਸੇ ਦੀ ਮੇਲ ਪੋਸਟ ਚੋਰੀ ਕਰਦੇ ਹੋ ਉਹਨਾਂ ਦੀ ਚਿੱਠੀਆਂ ਗੁੰਮ ਕਰ ਦਿੰਦੇ ਹੋ ਜਾਂ ਉਹਨਾਂ ਦਾ ਐਕਸੈਸ ਰੋਕਦੇ ਹੋ and this is also happening with Nihar's family ਇਹਦੇ ਬਾਰੇ ਸਾਨੂੰ ਦੱਸੋ ਹਾਂਜੀ ਜਦੋਂ ਉਹਨਾਂ ਦੀ ਬਿਜਲੀ ਗਈ ਸੀ ਤੇ ਜਦੋਂ ਉਹਨਾਂ ਦਾ ਗਰਮ ਪਾਣੀ ਗਈ ਸੀ ਉਦੋਂ ਵੀ ਉਹ ਇੱਕ ਦਿਨ ਮੇਲ ਬਾਕਸ ਚੈੱਕ ਕਰਨ ਲਈ ਗਏ ਤੇ ਲੌਕ ਚੇਂਜ ਹੋ ਗਏ ਸੀ ਅੱਛਾ ਤੇ ਜਿਹੜੀ ਨਿਹਾਰ ਦੀ ਗ੍ਰੈਂਡ ਡਾਟਰ ਹੈਗੀ ਆ ਉਹ 17 ਸਾਲਾਂ ਦੀ ਹੈਗੀ ਆ ਉਹ ਵੇਟ ਕਰ ਰਹੀ ਆ ਕਿ ਕਾਲਜ ਐਡਮਿਸ਼ਨ ਕਦੋਂ ਮੈਨੂੰ ਮਿਲਣ ਉਹਦੀ ਚਿੱਠੀਆਂ ਕਾਲਜ ਐਡਮਿਸ਼ਨਸ ਦੀ ਪੈਂਡਿੰਗ ਹੈਗੀਆਂ and she can't access the mail once again that is highly illegal it is a federal felony ਕਿ ਕਿਸੇ ਦੀ ਤੁਸੀਂ ਮੇਲ ਦੇ ਨਾਲ ਟੈਂਪਰ ਕਰ ਰਹੇ ਹੋ and all of this is happening ਇਹ ਜੋ ਮਕਾਨ ਮਾਲਿਕ ਹੈਗਾ how are they responding to all these threats I know ਤੁਸੀਂ ਪਿਛਲੇ ਹਫਤੇ ਇੱਕ ਰੈਲੀ ਵੀ ਰੱਖੀ ਸੀ so tell us about the rally and tell us about the response from the landlord ਹਾਂਜੀ ਸੋ ਰੈਲੀ ਤੋਂ ਪਹਿਲਾਂ ਅਸੀਂ ਇੱਕ ਬੰਗਲਾਦੇਸ਼ੀ ਜਰਨਲਿਸਟ ਦੇ ਨਾਲ ਕਨੈਕਟ ਕੀਤੀ ਸਾਡੇ ਨਾਲ ਬਹੁਤ ਚੰਗਾ ਰਿਲੇਸ਼ਨ ਹੈਗਾ ਉਹਦੇ ਨਾਲ ਹੈਗਾ ਸੁਹੇਲ ਤੇ ਉਹਨੇ ਫੇਸਬੁੱਕ ਲਾਈਵ ਕੀਤੀ ਘਰ ਦੇ ਵਿੱਚ ਕੀ ਦਿਖਾਇਆ ਕਿ ਕੀ ਹੋ ਰਿਹਾ ਇਸ ਬੰਗਲਾਦੇਸ਼ੀ ਘਰ 'ਚ ਇੱਕ ਇਮੀਗ੍ਰੈਂਟ ਘਰ ਦੇ ਵਿੱਚ ਲੋਕਾਂ ਦੇ ਨਾਲ ਤੇ ਉਸ ਤੋਂ ਬਾਅਦ ਬਹੁਤ ਵੱਡੀ ਕਮਿਊਨਿਟੀ ਰਿਸਪੌਂਸ ਹੋਈ ਸੀ ਬੰਗਲਾਦੇਸ਼ੀ ਕਮਿਊਨਿਟੀ ਤੋਂ ਤੇ ਜਿਹੜਾ ਘਰ ਦਾ ਮਾਲਕ ਹੈਗਾ ਉਹ ਵੀ ਡਰ ਗਿਆ ਤੇ ਥੋੜ੍ਹੇ ਜਿਹਾ ਗੱਲ ਕਰਨ ਲੱਗਿਆ ਜਿਹੜੇ ਕਿਰਾਏਦਾਰ ਹੈਗੇ ਆ ਸਾਡੇ ਨਾਲ ਤੇ ਉਹਨਾਂ ਨੇ ਇਹ ਕਿਹਾ ਕਿ ਤੁਸੀਂ ਨਾ ਕਰੋ ਤੁਹਾਨੂੰ ਤਾਂ ਪਤਾ ਹੀ ਆ ਕਿ ਸਾਡੇ ਬੰਦੇ ਸਿਰਫ ਉਦੋਂ ਸੁਣਦੇ ਆ ਜਦੋਂ ਉਹਨਾਂ ਦੀ ਬੇਇੱਜ਼ਤੀ ਹੁੰਦੀ ਆ ਤੇ ਤਾਂ ਹੀ ਆਪਾਂ ਰੈਲੀ ਕੀਤੀ ਸੀ ਕਿਉਂਕਿ ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਸੀ ਕਿ ਜਿਹੜੇ ਵੀ ਅਸੀਂ ਰਾਹ ਕੀਤੇ ਆ ਲੀਗਲ ਰਾਹ ਕੀਤੇ ਆ ਹਲੇ ਤੱਕ ਕੁਛ ਨਹੀਂ ਹੋਇਆ ਉਹਨਾਂ ਦੇ ਨਾਲ ਪਰ ਜਦੋਂ ਕਮਿਊਨਿਟੀ ਪ੍ਰੈਸ਼ਰ ਪਾਈ ਉਦੋਂ ਕੋ ਸੁਣੇ ਸੀ ਚੰਗੀ ਤਰ੍ਹਾਂ ਦੇ ਨਾਲ ਉਹਨਾਂ ਨੇ ਸੁਣਿਆ ਬਟ once again ਸੁਣਨ ਦੇ ਵਿੱਚ ਤੇ ਐਕਸ਼ਨ ਲੈਣ ਦੇ ਵਿੱਚ ਹੈ ਨਾ ਬਹੁਤ ਫਰਕ ਹੁੰਦਾ ਹੈ ਸੋ ਉਹਨਾਂ ਦੀ ਅਟੈਂਸ਼ਨ ਤਾਂ ਹੁਣ ਤੁਹਾਨੂੰ ਮਿਲ ਗਈ ਹੈ ਉਹ ਸੁਣ ਰਹੇ ਉਹਨਾਂ ਨੂੰ ਪਤਾ ਹੈ ਕਿ ਇਹ ਪਰਿਵਾਰ ਭਾਵੇਂ ਉਹਨਾਂ ਦੇ ਕੋਲ ਰਿਸੋਰਸਿਸ ਨਾ ਹੋਣ ਭਾਵੇਂ ਉਹਨਾਂ ਦੇ ਕੋਲ ਸਾਰੀ ਜਾਣਕਾਰੀ ਨਾ ਹੋਏ ਬਟ ਉਹਨਾਂ ਦੇ ਕੋਲ ਸਪੋਰਟ ਹੈਗੀ ਕਮਿਊਨਿਟੀ ਦੀ ਤੁਹਾਡੇ ਵਰਗੀ ਸੰਸਥਾਵਾਂ ਦੀ ਸਪੋਰਟ ਹੈ ਰਾਈਟ ਸੋ ਆਈ ਵਾਂਟ learn more ਕਿ ਜਦੋਂ ਕੋਈ ਵੀ ਪਰਿਵਾਰ ਇਹੋ ਜਿਹੀ ਸਮੱਸਿਆ ਦੇ ਵਿੱਚ ਹੁੰਦਾ ਉਹਨਾਂ ਨੂੰ ਕੀ ਕਰਨਾ ਚਾਹੀਦਾ ਰਾਈਟ ਬਿਕਾਜ਼ ਦਿਸ ਇਜ਼ਨਟ ਜਸਟ ਇੱਕ ਬੰਗਲਾਦੇਸ਼ੀ ਪਰਿਵਾਰ ਦੇ ਨਾਲ ਹੋਈ ਇਹੋ ਜਿਹੀ ਚੀਜ਼ਾਂ ਆਪਣੀ ਸਿੱਖ ਕਮਿਊਨਿਟੀ ਦੇ ਨਾਲ ਵੀ ਹੁੰਦੀਆਂ ਹਾਂਜੀ ਇਹੋ ਜਿਹੀਆਂ ਚੀਜ਼ਾਂ
ਬਹੁਤ ਹੁੰਦੀਆਂ ਸਾਡੇ ਸਿੱਖ ਪਰਿਵਾਰਾਂ ਦੇ ਨਾਲ, ਸਪੈਸ਼ਲੀ ਜਿਹੜੇ ਕਿ ਸਾਡੇ ਵਰਕਿੰਗ ਕਲਾਸ ਲੋਕ ਹੈਗੇ ਆ, ਜਿਹੜੇ ਲੋਕਾਂ ਦੇ ਕੋਲ ਕੋਈ ਕਾਗਜ਼ ਨਹੀਂ ਹੈਗੇ, ਉਹ ਇਹ ਡਰਦੇ ਆ ਕਿ ਜੇ ਮੇਰਾ ਨਾ ਕੋਈ ਲੀਗਲ ਡਾਕੂਮੈਂਟ ਤੇ ਹੈਗਾ ਕੀ ਹੋ ਸਕਦਾ ਮੇਰੇ ਨਾਲ, ਜੇ ਗਵਰਨਮੈਂਟ ਦੇ ਕੋਲ ਜਾਂਦੀ ਆ ਜਾਂ ਹੋਰ ਕੁਝ ਹੋ ਸਕਦਾ। ਤੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਦੇ ਹੱਕ ਕੀ ਹੈਗੇ ਆ, ਤੇ ਤਾਂ ਹੀ ਉਹ ਇਹ ਸਿਚੁਏਸ਼ਨਾਂ ਦੇ ਵਿੱਚ ਫਸ ਜਾਂਦੇ ਆ। ਤੇ ਉਹਨਾਂ ਨੂੰ ਲੱਗਦਾ ਕਿ ਅਸੀਂ ਇਕੱਲੇ ਆ, ਤੇ ਅਸੀਂ ਇਹ ਨਹੀਂ ਚਾਹੁੰਦੇ, ਸਪੈਸ਼ਲੀ ਜੋ ਕਿ ਸਾਡੀ ਪੰਜਾਬੀ ਕਮਿਊਨਿਟੀ ਹੈਗੀ ਆ, ਸਾਡੀ ਵਰਕਿੰਗ ਕਲਾਸ ਕਮਿਊਨਿਟੀ ਹੈਗੀ ਆ ਰਿਚਮੰਡ ਹਿੱਲ 'ਚ, ਉਹਨਾਂ ਨੂੰ ਇਹ ਨਾ ਲੱਗੇ ਕਿ ਉਹ ਇਕੱਲੇ ਆ, ਕਿਉਂਕਿ ਬਹੁਤ ਲੋਕੀ ਉਹਨਾਂ ਦੇ ਵਰਗੇ ਇੱਥੇ ਹੈਗੇ ਆ। ਤੇ ਲੀਗਲ ਤਰੀਕੇ ਦੇ ਨਾਲ ਆਪਾਂ ਕੰਮ ਕਰ ਸਕਦੇ ਹਾਂ, ਪਰ ਹੋਰ ਵੀ ਅਸੀਂ ਇਸ ਕੇਸ ਦੇ ਵਿੱਚ ਦੇਖਿਆ ਤੇ ਹੋਰ ਵੀ ਬਹੁਤ ਕੇਸਿਸ ਦੇ ਵਿੱਚ ਦੇਖਿਆ ਕਿ ਜਦੋਂ ਕਮਿਊਨਿਟੀ ਦੀ ਪ੍ਰੈਸ਼ਰ ਪੈਂਦੀ ਆ, ਉਦੋਂ ਕਿ ਜਿਹੜੇ ਲੋਕ ਪਾਵਰ ਦੇ ਵਿੱਚ ਹੈਗੇ ਆ ਸੁਣਦੇ ਆ ਸਾਨੂੰ। ਵੈਰੀ ਇੰਟਰਸਟਿੰਗ ਥਿੰਗ, ਕਮਿਊਨਿਟੀ ਤੋਂ ਪ੍ਰੈਸ਼ਰ ਪਾਉਣ ਦੀ ਤੁਸੀਂ ਇੱਥੇ ਗੱਲ ਕੀਤੀ ਹੈ, ਰਾਈਟ, ਐਂਡ ਦੀ ਇਫੈਕਟ ਇਟ ਹੈਜ਼ ਔਨ ਦੋਜ਼ ਅਬਿਊਜ਼ਰਸ ਜੋ ਪਾਵਰ ਦੇ ਵਿੱਚ ਹੈ, ਜੋ ਇਹੋ ਜਿਹੇ ਮਾੜੇ ਕੰਮ ਕਰਦੇ, ਰਾਈਟ। ਆਈ ਵਾਂਟ ਟੂ ਲਰਨ ਮੋਰ ਅਬਾਊਟ ਦਿਸ, ਐਂਡ ਖਾਸ ਕਰਕੇ ਕੁਝ ਰਿਸੋਰਸਿਸ ਬਾਰੇ ਮੈਂ ਜਾਣਕਾਰੀ ਵਿਊਅਰਸ ਨੂੰ ਦੇਣਾ ਚਾਹੁੰਦੀ। ਇੱਕ ਹੋਰ ਛੋਟੀ ਜਿਹੀ ਬ੍ਰੇਕ ਲਈ ਇੱਥੇ ਰੁਕ ਰਹੇ ਹਾਂ, ਕਿੱਥੇ ਨਾ ਜਾਓ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਾਰਿਆਂ ਨੂੰ ਸਵਾਗਤ ਕਰਦੇ ਹਾਂ। ਸਿਮਰਨ ਥਿੰਦ ਸਾਡੇ ਨਾਲ ਜੁੜੇ ਹਨ। ਇਸ ਬੰਗਲਾਦੇਸ਼ੀ ਪਰਿਵਾਰ ਬਾਰੇ ਅਸੀਂ ਭਾਵੇਂ ਗੱਲ ਕਰ ਰਹੇ ਹਾਂ, ਬਟ ਇਹ ਜੋ ਪ੍ਰੋਬਲਮ ਹੈਗੀ, ਇਹ ਵੱਡੀ ਪ੍ਰੋਬਲਮ ਵੱਖ-ਵੱਖ ਕਮਿਊਨਿਟੀਜ਼ ਦੇ ਵਿੱਚ, ਪਰਿਵਾਰਾਂ ਦੇ ਵਿੱਚ ਪਾਈ ਜਾਂਦੀ ਹੈ। ਸਾਡੀ ਸਿੱਖ ਕਮਿਊਨਿਟੀ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਪਾਈ ਜਾਂਦੀ ਹੈ। ਐਂਡ ਇਟ ਇਜ਼ ਅ ਸਿੰਪਲ ਕੇਸ ਆਫ ਐਨ ਅਬਿਊਜ਼ ਆਫ ਪਾਵਰ। ਜਿਨ੍ਹਾਂ ਨੂੰ ਪਤਾ ਹੈ ਕਿ ਕੋਈ ਅਨਅਵੇਅਰ ਜਾਂ ਜਿਨ੍ਹਾਂ ਦੇ ਕੋਲ ਨਹੀਂ ਜਾਣਕਾਰੀ ਇੱਥੇ ਦੇ ਸਿਸਟਮ ਦੀ, ਇੱਥੇ ਦੇ ਕਾਨੂੰਨਾਂ ਦੀ, ਕੋਈ ਇਹੋ ਜਿਹਾ ਉਹਨਾਂ ਨੂੰ ਵਿਕਟਮ ਮਿਲ ਜਾਂਦਾ, ਮੁਰਗਾ ਮਿਲ ਜਾਂਦਾ ਇੱਕ ਕਿਸਮ ਦਾ, ਉਹਨਾਂ ਦੇ ਉੱਤੇ ਕੋਈ ਵੀ ਉਹ ਅਬਿਊਸ ਆਫ ਪਾਵਰ ਅਤਿਆਚਾਰ ਕਰ ਸਕਦੇ ਆ। ਅੱਜ ਦੇ ਕੇਸ ਦੇ ਵਿੱਚ ਅਸੀਂ ਡਿਸਕਸ ਕਰ ਰਹੇ ਹਾਂ ਕਿਸ ਤਰ੍ਹਾਂ ਇੱਕ ਮਕਾਨ ਮਾਲਿਕ ਇੱਕ ਟੈਨੈਂਟ ਦੇ ਉੱਤੇ ਕਿਸ ਤਰ੍ਹਾਂ ਦੀ ਵੱਖ-ਵੱਖ ਐਬਸੋਲੂਟਲੀ ਇਲੀਗਲ ਚੀਜ਼ਾਂ ਕਰ ਰਿਹਾ ਹੈ, ਐਂਡ ਦੇयर ਇਜ਼ ਡਾਕੂਮੈਂਟਡ ਪ੍ਰੂਫ। ਹਾਂਜੀ, ਭਾਵੇਂ ਉਹ 311 ਦੀ ਸਾਈਟ ਵਿਜ਼ਿਟ ਹੋਏ। 311 ਆਫ ਕੋਰਸ ਯੂ ਨੋ ਇਟ ਇਜ਼ ਏ ਰਿਸੋਰਸ ਸਰਕਾਰ ਵੱਲੋਂ, ਜਿਨ੍ਹਾਂ ਨੂੰ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਕਹਿ ਸਕਦੇ ਹੋ ਕਿ ਸਾਡੀ ਬਿਜਲੀ ਨਹੀਂ ਚੱਲ ਰਹੀ, ਸਾਡੀ ਹੀਟ ਨਹੀਂ ਚੱਲ ਰਹੀ, ਪਾਣੀ ਨਹੀਂ ਚੱਲ ਰਿਹਾ। ਨਿਊਯਾਰਕ ਦੇ ਵਿੱਚ ਇਹ ਗੈਰ ਕਾਨੂੰਨੀ ਹੈ। ਅਗਰ ਤੁਸੀਂ ਕਿਰਾਏਦਾਰ ਹੋ, ਤੁਹਾਡੇ ਕੋਲ ਇਹ ਬੇਸਿਕ ਚੀਜ਼ਾਂ ਤੁਹਾਨੂੰ ਮਿਲਣੀਆਂ ਚਾਹੀਦੀਆਂ, ਨਹੀਂ ਮਿਲਦੀਆਂ, ਤੁਸੀਂ 311 ਨੂੰ ਕਾਲ ਕਰ ਸਕਦੇ ਹੋ। 311 ਨੇ ਆ ਕੇ ਇਸ ਪਰਿਵਾਰ ਤੇ ਚੈੱਕ ਕੀਤਾ। ਫਾਈਨਲੀ ਉਹਨਾਂ ਨੇ ਇਹ ਚੀਜ਼ ਪਾਈ। ਪੁਲਿਸ ਨੇ ਆ ਕੇ ਚੈੱਕ ਕੀਤਾ, ਉਹਨਾਂ ਦੇ ਵੱਲੋਂ ਕੋਈ ਅੱਗੇ ਨਹੀਂ ਗੱਲ ਵਧੀ। ਕਮਿਊਨਿਟੀ ਨੇ ਜਦੋਂ ਆ ਕੇ ਰੈਲੀ ਕੀਤੀ ਇਸ ਲੋਕੇਸ਼ਨ ਤੇ, ਤਦ ਜਾ ਕੇ ਥੋੜ੍ਹਾ ਜਿਹਾ ਪ੍ਰੈਸ਼ਰ ਬਿਲਡ ਹੋਇਆ। ਜਦੋਂ ਕਮਿਊਨਿਟੀ ਵੱਲੋਂ ਮਤਲਬ ਸੋਸ਼ਲ ਮੀਡੀਆ ਤੇ ਥੋੜ੍ਹਾ ਕਿੱਚਰ ਉਛਾਲਿਆ ਗਿਆ, ਤਦ ਪ੍ਰੈਸ਼ਰ ਪਿਆ। you know, all of these things have happened, but unfortunately ਜੋ ਪਰਿਵਾਰ ਸਫਰ ਕਰ ਰਿਹਾ ਹੈ ਉਹ ਹਲੇ ਵੀ ਉਹਨਾਂ ਦੀ ਸਿਚੁਏਸ਼ਨ ਨਹੀਂ ਇੰਪਰੂਵ ਹੋਈ। ਸਿਮਰਨ, ਅਗਰ ਕੋਈ ਇਹੋ ਜਿਹੀ ਸਮੱਸਿਆ ਦੇ ਵਿੱਚ ਹੁੰਦਾ ਹੈ, how do they get help? ਇਸ ਪਰਿਵਾਰ ਲਈ ਅਗਲਾ ਕਦਮ ਕੀ ਹੋਣਾ ਚਾਹੀਦਾ ਹੈ? ਕੀ ਰਿਸੋਰਸਿਸ ਉਹਨਾਂ ਦੇ ਲਈ ਅਵੇਲੇਬਲ ਹਨ, ਭਾਵੇਂ ਤੁਹਾਡੀ ਮਦਦ ਨਾਲ, ਡਰਮ ਦੀ ਮਦਦ ਨਾਲ ਹੋਵੇ, ਹੋਰ ਕਮਿਊਨਿਟੀ ਆਰਗੇਨਾਈਜ਼ਰਸ ਜਾਂ ਇਲੈਕਟਿਡ ਅਫੀਸ਼ੀਅਲਸ ਦੀ ਮਦਦ ਨਾਲ ਹੋਵੇ? I mean, what is the next step? ਸੋ ਨੈਕਸਟ ਸਟੈਪ ਇਹੀ ਆ ਕਿ ਜਿਹੜੇ ਵੀ ਸਾਡੇ ਇਲੈਕਟਿਡ ਅਫੀਸ਼ੀਅਲ ਹੈਗੇ ਆ, ਅਸੀਂ ਉਹਨਾਂ ਦੇ ਨਾਲ ਗੱਲ ਕੀਤੀ ਆ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹ ਵੀ ਪ੍ਰੈਸ਼ਰ ਪਾਉਣ ਕਿ ਜੋ ਵੀ ਇਹ ਹੋ ਰਿਹਾ, ਇੱਕ ਬਹੁਤ ਵੱਡੀ ਨਾਇਨਸਾਫੀ ਹੋ ਰਹੀ ਆ ਇਸ ਪਰਿਵਾਰ ਦੇ ਨਾਲ, ਅਤੇ ਉਹ ਕੁਛ ਕਰਨ। ਉਹ ਸਾਡੇ ਇਲੈਕਟਿਡ ਅਫੀਸ਼ੀਅਲ ਤਾਂ ਹੀ ਤਾਂ ਉਹਨਾਂ ਕੋਈ ਮਦਦ ਤਾਂ ਕਰਨੀ ਚਾਹੀਦੀ ਆ। ਅਤੇ ਇਹ ਹੈਗੀ ਆ ਪਹਿਲਾ ਸਟੈਪ। ਅਤੇ ਦੂਜੀ ਸਟੈਪ ਇੱਕ ਲੀਗਲ ਰਸਤਾ ਹੈਗਾ। ਉਹਦੇ ਵਿੱਚ ਆਪਾਂ ਪੂਰੀ ਕੋਸ਼ਿਸ਼ ਕਰ ਸਕਦੇ ਹਾਂ, ਪਰ ਜੋ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਕਿ ਜਿਹੜਾ ਮਕਾਨ ਮਾਲਕ ਹੈਗਾ, ਉਹਨਾਂ ਨੇ ਇੱਕ ਨੋਟਿਸ ਦਿੱਤੀ ਕਿ 30 ਦਿਨਾਂ ਦੇ ਵਿੱਚ ਉਹਨਾਂ ਦੀ ਟੈਨੈਂਸੀ, ਮਤਲਬ ਕਿ ਉਹਨਾਂ ਦੀ ਕਿਰਾਏਦਾਰੀ ਖਤਮ ਹੋ ਜਾਣਾ। So once again, I mean, it seems silly, like ਇਹ ਕੋਈ joke ਨਹੀਂ ਹੈਗਾ, but ਮਾੜਾ ਜਿਹਾ ਹਾਸਾ ਵੀ ਆਉਂਦਾ ਹੈ ਸੋਚ ਕੇ ਕਿ ਜੋ ਲੈਂਡਲॉर्ड ਜਿਨਨੇ ਕੋਈ ਲੀਸ ਨਹੀਂ ਸਾਈਨ ਕੀਤੀ ਆਪਣੇ ਕਿਰਾਏਦਾਰ ਦੇ ਨਾਲ, ਕੋਈ ਅਫੀਸ਼ੀਅਲ ਡਾਕੂਮੈਂਟ ਨਹੀਂ ਹੈਗਾ, ਕੋਈ ਅਫੀਸ਼ੀਅਲ ਰੈਕਡ ਨਹੀਂ ਹੈ ਰੈਂਟ ਪੇ ਕਰਨ ਦਾ, ਬਿਕੋਜ਼ ਕੈਸ਼ ਦੇ ਵਿੱਚ ਉਹਨਾਂ ਨੇ ਮਜਬੂਰੀ ਦੇ ਨਾਲ ਰੈਂਟ ਲਿੱਤਾ ਹੈ, ਉਹ ਹੁਣ ਲੈਂਡਲॉर्ड ਕਹਿ ਰਿਹਾ ਕਿ ਤੁਹਾਡੇ ਕੋਲ 30 ਦਿਨ ਹੈਗੇ ਇੱਥੋਂ ਨਿਕਲਣ ਲਈ,
ਤੁਹਾਡੀ ਟੈਨੈਂਸੀ ਖਤਮ ਹੋ ਰਹੀ ਹੈ ਜਿਸ ਟੈਨੈਂਸੀ ਦਾ ਕੋਈ ਸਬੂਤ ਵੀ ਨਹੀਂ ਹੈਗਾ ਹਾਂਜੀ right so once again I mean you know ਜਿਨ੍ਹਾਂ ਨੇ ਸਿਸਟਮ ਨੂੰ ਅਬਿਊਜ਼ ਕਰਨਾ ਹੈ ਉਹ ਤਾਂ ਕਿਸੇ ਵੀ ਤਰ੍ਹਾਂ ਅਬਿਊਜ਼ ਕਰ ਸਕਦੇ right but I want to clarify one thing here right ਕਿ ਇੱਥੇ ਦਾ ਕਾਨੂੰਨ ਖਾਸ ਕਰਕੇ ਨਿਊਯਾਰਕ ਸਿਟੀ ਦੇ ਵਿੱਚ ਭਾਵੇਂ ਤੁਸੀਂ ਡਾਕੂਮੈਂਟਡ ਹੋ ਅਨਡਾਕੂਮੈਂਟਡ ਹੋ ਤੁਹਾਨੂੰ ਕਿਸ ਤਰ੍ਹਾਂ ਹੈਲਪ ਕਰਦਾ ਅਸੀਂ ਅਕਸਰ ਡੋਮੈਸਟਿਕ ਵਾਇਲੈਂਸ ਕੇਸਿਸ ਦੇ ਵਿੱਚ ਇਹ ਚੀਜ਼ ਪਾਈ ਜਾਂਦੀ ਹੈ ਰਾਈਟ ਕਿ ਕਿਸੇ ਵੀ ਜਨਾਨੀ ਨੂੰ ਯੂ نو ਉਹਨਾਂ ਦੇ ਪਰਿਵਾਰ ਦੇ ਵਿੱਚ ਕੋਈ ਮਾਰਦਾ ਹੈ ਕੁੱਟਦਾ ਹੈ ਅਬਿਊਜ਼ ਕਰ ਰਿਹਾ ਹੈ ਅਗਰ ਉਹ ਜਨਾਨੀ ਦੇ ਕੋਲ ਕਾਗਜ਼ ਨਹੀਂ ਹੈਗੇ ਸਟੇਟਸ ਨਹੀਂ ਹੈਗਾ ਉਹਨੂੰ ਲੱਗਦਾ ਹੈ ਕਿ ਸਾਨੂੰ ਇਹੋ ਜਿਹਾ ਅਬਿਊਜ਼ ਝੇਲਣਾ ਪੈਣਾ ਸਾਡੇ ਕੋਲ ਕੋਈ ਲੀਗਲ ਰਿਸੋਰਸ ਜਾਂ ਲੀਗਲ ਆਪਸ਼ਨ ਨਹੀਂ ਹੈਗਾ ਇਹ ਗੱਲ ਗਲਤ ਹੈ ਭਾਵੇਂ ਤੁਸੀਂ ਇਲੀਗਲ ਹੋ ਇੱਥੇ ਤੁਹਾਡੇ ਕੋਲ ਕੋਈ ਕਾਗਜ਼ ਨਹੀਂ ਹੈਗੇ ਤਦ ਵੀ ਅਗਰ ਤੁਹਾਡੇ ਨਾਲ ਕੋਈ ਅਤਿਆਚਾਰ ਕੋਈ ਗੈਰ ਕਾਨੂੰਨੀ ਵਿਤਕਰਾ ਕੁਝ ਇਹੋ ਜਿਹੀ ਚੀਜ਼ ਹੋ ਰਹੀ ਹੈ ਤੁਹਾਡੇ ਕੋਲ ਆਪਸ਼ਨਸ ਹੈਗੇ ਸੋ ਇਨ ਅ ਸਟੋਰੀ ਲਾਈਕ ਦਿਸ ਰਾਈਟ whether or not ਭਾਵੇਂ ਉਹ ਨਿਹਾਰ ਦਾ ਪਰਿਵਾਰ ਹੈ ਕੋਈ ਵੀ ਪਰਿਵਾਰ ਅਗਰ ਉਹਨਾਂ ਦੇ ਕੋਲ ਨਹੀਂ ਵੀ ਕਾਗਜ਼ ਹੈਗੇ ਉਹ ਕਿਸੇ ਕਿਰਾਏਦਾਰ ਦੇ ਨਾਲ ਇੱਦਾਂ ਰਹਿ ਰਹੇ ਹੈ ਟੈਨੈਂਟ ਲੈਂਡਲੋਰਡ ਦੇ ਨਾਲ ਰਹਿ ਰਹੇ ਹੈ ਉਹਨਾਂ ਦੇ ਨਾਲ ਇਹੋ ਜਿਹਾ ਕੁਝ ਹੁੰਦਾ ਹੈ ਕਿ ਉਹ ਲੀਗਲ ਕੁਝ ਐਕਸ਼ਨ ਲੈ ਸਕਦੇ ਹੈ ਜਾਂ ਕਿ ਉਹਨਾਂ ਦਾ ਸਟੇਟਸ ਉਹਨਾਂ ਨੂੰ ਪ੍ਰੋਬਲਮਸ ਕ੍ਰੀਏਟ ਕਰ ਸਕਦਾ ਉਹਨਾਂ ਲਈ ਸਟੇਟਸ ਨਾਲ ਕੋਈ ਪ੍ਰੋਬਲਮ ਨਹੀਂ ਹੈਗੀ ਓਕੇ ਭਾਵੇਂ ਤੁਹਾਨੂੰ ਕਾਗਜ਼ ਹੈਗੇ ਜਾਂ ਨਹੀਂ ਤੁਸੀਂ ਕੋਰਟ ਦੇ ਵਿੱਚ ਜਾ ਸਕਦੇ ਹੋ ਇੱਕ ਕੇਸ ਪੇਸ਼ ਕਰ ਸਕਦੇ ਹੋ ਪਰ ਉਹ ਵੀ ਬਹੁਤ ਟਾਈਮ ਲੱਗਦਾ ਕਿਉਂਕਿ ਅਸੀਂ ਹੁਣ ਦੇਖ ਰਹੇ ਹਾਂ ਇਸ ਕੇਸ ਦੇ ਵਿੱਚ ਕਿ ਜੇ ਆਪਾਂ ਕੋਰਟ ਦੇ ਵਿੱਚ ਜਾਂਦੇ ਹਾਂ ਤਾਂ ਫਿਰ ਬਹੁਤ ਮਹੀਨਿਆਂ ਦਾ ਕੇਸ ਹੋਣੀ ਆ ਅਤੇ ਇਹਦਾ ਮਤਲਬ ਇਹ ਨਹੀਂ ਆ ਕਿ ਉਸ ਟਾਈਮ ਦੇ ਵਿੱਚ ਜੇ ਭਾਵੇਂ 6 ਮਹੀਨੇ ਲੱਗ ਜਾਣੇ ਆ ਕਿ ਉਹਨਾਂ ਦੀ ਹੀਟ ਫਿਰ ਦੁਬਾਰਾ ਆਨ ਹੋਣੀ ਆ ਇਹਦਾ ਮਤਲਬ ਇਹ ਨਹੀਂ ਆ ਜਾਂ ਬਿਜਲੀ ਜਾਂ ਗਰਮ ਪਾਣੀ ਇਹ ਨਹੀਂ ਹੋਣਾ ਇਹਦਾ ਮਤਲਬ ਇਹ ਨਹੀਂ ਹੈਗਾ ਜੇ ਕੇਸ ਚੱਲ ਰਿਹਾ ਸੋ ਸਾਨੂੰ ਇੱਕ ਐਗਜ਼ਾਮਪਲ ਇਹ ਮਿਲੀ ਰੈਲੀ ਦੇ ਨਾਲ ਜਲਸੇ ਦੇ ਨਾਲ ਕਿ ਉਹ ਸੁਣਦੇ ਆ ਸਾਡੀ ਗੱਲ ਜਦੋਂ ਆਪਾਂ ਕਮਿਊਨਿਟੀ ਵੱਲੋਂ ਪ੍ਰੈਸ਼ਰ ਪਾਉਂਦੇ ਆ ਅਤੇ ਹੁਣ ਕੋਸ਼ਿਸ਼ ਇਹੀ ਆ ਅੱਗੇ ਕਿ ਜੇ ਕੋਈ ਹੋਰ ਲੋਕਾਂ ਨੂੰ ਇਹੋ ਜਿਹੀ ਪ੍ਰੋਬਲਮ ਹੈਗੀ ਆ ਕੋਈ ਅਬਿਊਜ਼ ਸਹਿੰਦੇ ਆ ਕਿ ਉਹ ਸਾਡੇ ਵੱਲ ਆਉਣ ਕਿਉਂਕਿ ਸਪੈਸ਼ਲੀ ਜੋ ਕਿ ਰਿਚਮੰਡ ਹਿੱਲ ਦੇ ਵਿੱਚ ਸਾਡੇ ਕਮਿਊਨਿਟੀ ਉਹਨਾਂ ਨੂੰ ਰਿਸੋਰਸਿਸ ਨਹੀਂ ਮਿਲਦੇ ਬਾਹਰਲੇ ਲੋਕਾਂ ਨੂੰ ਪਤਾ ਨਹੀਂ ਕਿ ਉਹਨਾਂ ਦੇ ਹੱਕ ਕੀ ਹੈਗੇ ਆ ਕੀ ਕਰ ਸਕਦੇ ਆ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਉਹ ਸਾਡੇ ਵੱਲ ਆ ਸਕਦੇ ਆ ਉਹ ਪੁੱਛ ਸਕਦੇ ਆ ਜਿਹੜੇ ਵੀ ਉਹਨਾਂ ਦੇ ਰਸਤੇ ਪੋਸੀਬਲ ਹੈਗੇ ਆ ਅਸੀਂ ਉਹਨਾਂ ਨੂੰ ਦੱਸਣ ਅਤੇ ਸਭ ਤੋਂ ਵੱਡੀ ਚੀਜ਼ ਆ ਕਿ ਹਰੇਕ ਆਮ ਆਦਮੀ ਦੇ ਕੋਲ ਸਾਡੇ ਕੋਲ ਤਾਕਤ ਹੈਗੀ ਆ ਜੇ ਆਪਾਂ ਜੁੜਦੇ ਹਾਂ ਇੱਕ ਦੂਜਿਆਂ ਦੇ ਨਾਲ ਅਸੀਂ ਇਹ ਦੇਖਿਆ ਇਸ ਕੇਸ ਅਤੇ ਹੋਰ ਵੀ ਕੇਸਿਸ ਦੇ ਵਿੱਚ ਆਪਾਂ ਇਹੋ ਜਿਹੀ ਸਪੋਰਟ ਕਰ ਸਕਦੇ ਹਾਂ ਲੋਕਾਂ ਦੇ ਨਾਲ ਅਤੇ ਅਸੀਂ ਇਹੀ ਚਾਹੁੰਦੇ ਹਾਂ ਕਿ ਸਾਡੇ ਲੋਕ ਇਕੱਠੇ ਹੋਣ ਅਤੇ ਸਪੋਰਟ ਕਰਨ ਇੱਕ ਦੂਜਿਆਂ ਨੂੰ ਜੀ ਐਂਡ ਆਮ ਸੋ ਗਲੈਡ ਯੂ ਮੈਂਸ਼ਨ ਦੈਟ ਰਾਈਟ ਬਿਕਾਜ਼ ਸਾਨੂੰ ਕਦੀ ਕਵਾਰ ਇਹ ਵੀ ਲੱਗਦਾ ਕਿ ਅਸੀਂ ਆਪਣੀ ਕਮਿਊਨਿਟੀ ਸਾਡੀ ਕਿੰਨੇ ਪ੍ਰੋਬਲਮਸ ਹੈਗੀਆਂ ਕਮਿਊਨਿਟੀ ਦੇ ਵਿੱਚ ਜਿਨ੍ਹਾਂ ਨੂੰ ਅਸੀਂ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਬਟ ਅਕਸਰ ਉਹ ਸੇਮ ਪ੍ਰੋਬਲਮਸ ਦੂਜੀ ਇਮੀਗ੍ਰੈਂਟ ਕਮਿਊਨਿਟੀਜ਼ ਵਿੱਚ ਵੀ ਪਾਈ ਜਾਂਦੀਆਂ ਜਿੱਦਾਂ ਅੱਜ ਅਸੀਂ ਇਸ ਬੰਗਲਾਦੇਸ਼ੀ ਪਰਿਵਾਰ ਦੀ ਗੱਲ ਕਰ ਰਹੇ ਹਾਂ ਜਿਨ੍ਹਾਂ ਦਾ ਬੰਗਲਾਦੇਸ਼ੀ ਲੈਂਡਲੋਰਡ ਉਹਨਾਂ ਨੂੰ ਕਿਸ ਤਰ੍ਹਾਂ ਟਰੀਟ ਕਰ ਰਿਹਾ ਹੈ ਭਾਵੇਂ ਉਹ ਸੇਮ ਕਮਿਊਨਿਟੀ ਤੋਂ ਹੈਗੇ ਸੇਮ ਉਹਨਾਂ ਦੀ ਮਾਂ ਬੋਲੀ ਹੈ ਫਿਰ ਵੀ ਇਹੋ ਜਿਹਾ ਵਿਤਕਰਾ ਹੋ ਰਿਹਾ ਹੈ ਅਗਰ ਭਾਵੇਂ ਅਸੀਂ ਸਿੱਖ ਹੋਣ ਹਿੰਦੂ ਬੰਗਲਾਦੇਸ਼ੀ ਪਾਕਿਸਤਾਨੀ ਕੈਰੇਬੀਅਨ ਗਾਇਨੀਜ਼ ਇਹ ਸਾਰੀ ਕਮਿਊਨਿਟੀਜ਼ ਖਾਸ ਕਰਕੇ ਇਹੋ ਜਿਹੇ ਏਰੀਆ ਦੇ ਵਿੱਚ ਰਿਚਮੰਡ ਹਿਲ ਦੇ ਜਿੱਥੇ ਉਹ ਇਕੱਠੇ ਰਹਿੰਦੇ ਵੀ ਹੈਗੇ ਸਾਰੇ ਅਗਰ ਅਸੀਂ ਇਕਜੁੱਟ ਹੋਈਏ ਕਿ ਕੁਛ ਨਹੀਂ ਕਰ ਸਕਦੇ ਰਾਈਟ that yes there is legal options but legal ਕਦੀ ਕਵਾਰ ਟਾਈਮ ਲੈ ਕੇ ਜਾਂਦੀ ਹੈ ਐਂਡ ਇਹੋ ਜਿਹੀ ਸਮੱਸਿਆ ਦੇ ਵਿੱਚ ਅਨਫੋਰਚੂਨੇਟਲੀ ਇਸ ਪਰਿਵਾਰ ਦੇ ਕੋਲ ਜ਼ਿਆਦਾ ਟਾਈਮ ਨਹੀਂ ਹੈਗਾ ਸਿਮਰਨ ਆਮ ਸੋ ਗਲੈਡ ਕਿ ਤੁਸੀਂ ਸਾਡੇ ਨਾਲ ਪਹੁੰਚੇ ਅੱਜ ਤੁਸੀਂ ਇਹ ਸਟੋਰੀ ਬਾਰੇ ਜਾਣਕਾਰੀ ਸ਼ੇਅਰ ਕੀਤੀ ਆਈ ਵੁੱਡ ਲਵ ਕਿ ਤੁਸੀਂ ਵਿਊਅਰਸ ਨੂੰ ਦੱਸੋ ਕਿ ਕਿਸ ਤਰ੍ਹਾਂ ਅਗਰ ਉਹ ਤੁਹਾਡੇ ਨਾਲ ਡਾਇਰੈਕਟ ਕੰਟੈਕਟ ਕਰਨਾ ਚਾਹੁੰਦੇ ਆ ਉਹਨਾਂ ਦੀ ਕੋਈ ਇਹੋ ਜਿਹੀ ਸਮੱਸਿਆ ਹੈਗੀ ਕਿਸ ਤਰ੍ਹਾਂ ਤੁਹਾਨੂੰ ਰੀਚ ਕਰ ਸਕਦੇ ਆ ਅਤੇ ਜੋ ਤੁਹਾਡੀ ਇਹ ਸੰਸਥਾ ਹੈ ਹੋਰ ਕਿਸ ਤਰ੍ਹਾਂ ਦੇ ਪ੍ਰੋਜੈਕਟਸ ਨੂੰ ਲੈ ਕੇ ਕਮਿਊਨਿਟੀ ਦੀ ਹੈਲਪ ਕਰਦੀ ਹੈ ਹਾਂਜੀ ਸੋ ਡਰਮ ਦੇ ਨਾਲ ਅਸੀਂ ਪਾਲਿਸੀ ਚੇਂਜ ਵੀ ਕਰ ਰਹੇ ਹਾਂ ਹਾਊਸਿੰਗ ਦੇ ਲਈ ਅਸੀਂ ਇੱਕ ਬਿੱਲ ਪਾਸ ਕਰਨ ਦੀ ਕੋਸ਼ਿਸ਼ ਹੈਗੀ ਆ ਉਹਦਾ ਬਿੱਲ ਹੈਗਾ ਗੁੱਡ ਕਾਜ਼ ਇਵਿਕਸ਼ਨ ਮਤਲਬ ਕਿ ਜਿਹੜੇ ਵੀ ਸਾਡੇ ਮਾਲਕ ਹੈਗੇ ਆ ਉਹ ਸਿਰਫ ਉਦੋਂ ਤੁਹਾਨੂੰ ਇਵਿਕਸ਼ਨ ਦੀ ਨੋਟਿਸ ਦੇ ਸਕਦੇ ਆ
ਜਦੋਂ ਉਹਨਾਂ ਦੀ ਕੋਈ ਜਾਇਜ਼ ਕਾਰਨ ਹੋਵੇ। ਅਸੀਂ ਇਹ ਦੇਖਿਆ ਕਿ ਹੁਣ ਇਸ ਕੇਸ ਦੇ ਵਿੱਚ ਉਹਨਾਂ ਨੇ ਬੇਜਾਇਜ਼ ਕਾਰਨ ਕਰਕੇ ਉਹ ਨਿਕਲਣ ਦੀ ਕੋਸ਼ਿਸ਼ ਕਰ ਰਹੇ ਆ। ਅਤੇ ਜੇ ਤੁਸੀਂ ਸਾਡੇ ਨਾਲ ਜੁੜਨਾ ਚਾਹੁੰਦੇ ਆ, ਮੈਂ ਜਿਹੜੇ ਵਰਕਿੰਗ ਕਲਾਸ ਪੰਜਾਬੀ ਕਮਿਊਨਿਟੀ ਹੈਗੀ ਆ ਰਿਚਮੰਡ ਹਿੱਲ ਦੇ ਵਿੱਚ ਉਹਨਾਂ ਦੇ ਨਾਲ ਕੰਮ ਕਰਦੀ ਆ। ਅਤੇ ਜੇ ਤੁਹਾਨੂੰ ਇਹੋ ਜਿਹੇ ਕੋਈ ਪ੍ਰੋਬਲਮ ਹੈਗੇ ਆ ਜਾਂ ਹੋਰ ਕੋਈ ਪ੍ਰੋਬਲਮ ਭਾਵੇਂ ਵੇਜ 'ਤੇ ਕੋਈ ਪ੍ਰੋਬਲਮ ਜਾਂ ਹੋਰ ਕੁਛ, ਤੁਸੀਂ ਜ਼ਰੂਰ ਮੈਨੂੰ ਫ਼ੋਨ ਕਰ ਸਕਦੇ ਹੋ। ਮੇਰਾ ਨੰਬਰ ਹੈਗਾ 209-601-0303 ਅਤੇ ਮੇਰਾ ਈਮੇਲ ਹੈਗਾ simran@drumnyc.org। once again Simran community organizer, thank you so much। and मैं ਜ਼ਰੂਰ ਚਾਹਾਂਗੀ ਕਿ ਜਿਸ ਤਰ੍ਹਾਂ ਨਿਹਾਰ ਅਕਬਰ ਦੀ ਇਹ ਸਟੋਰੀ ਵੱਧਦੀ ਹੈ ਸਾਨੂੰ ਤੁਸੀਂ ਅਪਡੇਟ ਜ਼ਰੂਰ ਦੇਵੋ, ਬਿਕਾਜ਼ once again ਇਸ ਸਟੋਰੀ ਤੋਂ ਜਿਹਦੇ ਬਾਰੇ ਅਸੀਂ ਡੀਟੇਲ ਸਾਰੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ, ਸਾਡੇ ਬਾਕੀ ਪਰਿਵਾਰਾਂ ਨੂੰ ਸਿੱਖਣ ਨੂੰ ਬਹੁਤ ਮਿਲਦਾ ਹੈ ਕਿ ਅਗਰ ਇਹੋ ਜਿਹੀ ਕੋਈ ਸਮੱਸਿਆ ਤੁਹਾਡੇ ਨਾਲ ਜਾਂ ਕਿਸੇ ਨੂੰ ਤੁਸੀਂ ਜਾਣਦੇ ਹੋ ਜੋ ਕਿ ਵਰਕਿੰਗ ਕਲਾਸ ਹਨ ਜਾਂ ਨਿਊ ਇਮੀਗ੍ਰੈਂਟਸ ਹੈਗੇ, ਉਹਨਾਂ ਦੇ ਨਾਲ ਕੁਝ ਇਹੋ ਜਿਹੀ ਪ੍ਰੋਬਲਮ ਹੋ ਰਹੀ ਹੈ, ਇਹਦਾ ਇਹ ਮਤਲਬ ਨਹੀਂ ਕਿ ਉਹਨਾਂ ਦੇ ਕੋਲ ਕੋਈ ਆਪਸ਼ਨ, ਕੋਈ ਹੈਲਪ, ਕੋਈ ਰਿਸੋਰਸ ਨਹੀਂ ਹੈਗਾ, ਸਪੋਰਟ ਨਹੀਂ ਹੈਗੀ ਕਮਿਊਨਿਟੀ ਦੇ ਵਿੱਚ। ਡਰਮ ਅਤੇ ਹੋਰ ਇਹੋ ਜਿਹੀ ਸੰਸਥਾਵਾਂ ਦੇ ਤੁਹਾਡੇ ਕੋਲ ਤੁਸੀਂ ਮਦਦ ਲੈ ਸਕਦੇ ਹੋ। ਸੋ once again ਭਾਵੇਂ ਵੇਜ ਤੁਹਾਡੀ ਦਿਹਾੜੀ ਦੀ ਕੋਈ ਗੱਲ ਹੈ, ਤੁਹਾਡੇ ਰਹਿਣ ਸਹਿਣ ਦੀ ਕੋਈ ਇਹੋ ਜਿਹੀ ਸਮੱਸਿਆ ਹੈਗੀ, ਇਹ ਨਾ ਸੋਚੋ ਕਿ ਤੁਹਾਡੇ ਕੋਲ ਹੈਲਪ ਨਹੀਂ ਹੈ। ਸਾਡੇ ਲਈ ਜਾਂ ਸਿਮਰਨ ਲਈ, ਡਰਮ ਲਈ ਕੋਈ ਵੀ ਤੁਸੀਂ ਕੁਐਸਚਨਸ ਜਾਂ ਕਮੈਂਟਸ ਅੱਜ ਦੇ ਇਸ ਪ੍ਰੋਗਰਾਮ ਨੂੰ ਲੈ ਕੇ ਰੱਖਣਾ ਚਾਹੁੰਦੇ ਹੋ, ਜ਼ਰੂਰ ਤੁਸੀਂ ਸਾਨੂੰ ਲਿਖ ਸਕਦੇ ਹੋ info@justbroadcasting.com, ashmita@justbroadcasting.com। ਸਿਮਰਨ once again thank you, ਤੁਸੀਂ ਸਾਡੇ ਨਾਲ ਜੁੜੇ ਇਸ ਸਟੋਰੀ ਦੇ ਵਿੱਚ ਐਂਡ ਜੋ ਕਮਿਊਨਿਟੀ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ, ਤੁਹਾਡੀ ਸੰਸਥਾ, ਬਾਕੀ ਤੁਹਾਡੇ ਟੀਮ ਮੈਂਬਰਸ, ਉਹਦੇ ਲਈ ਅਸੀਂ ਸਾਰੇ ਤੁਹਾਡੇ ਧੰਨਵਾਦੀ ਹਾਂ। ਐਂਡ ਵੀ ਵਿਸ਼ ਯੂ ਦ ਬੈਸਟ ਆਫ ਲੱਕ ਵਿਦ ਨਿਹਾਰ's problem and have a good rest of your evening। Yes, thank you। ਸਤਿ ਸ਼੍ਰੀ ਅਕਾਲ।